स्टेट लाइन ट्रक एंड ट्रेलर वर्जीनिया स्टेट लाइन ते लैके आए ने ट्रक एंड ट्रेलर रिपेयर शॉप इंटरस्टेट 81 ਦੇ ਐਗਜ਼ਿਟ 323 ਆਪੋਜ਼ਿਟ ਫਲਾइंग ਜੇ ਟਰੱਕ ਸ਼ਾਪ ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸ਼ਮਾਦਾਨ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਢਿੱਲੋਂ ਸਾਹਿਬ, ਕਿਸਾਨ ਅੰਦੋਲਨ ਦੇ ਵਿੱਚ ਜਿਹੜੇ 3 ਕਾਨੂੰਨ ਵਾਪਸ ਲੈਣ ਬਾਰੇ ਉਦੋਂ ਆਪਾਂ ਸੰਘਰਸ਼ ਜਿਹੜਾ ਵਿੱਢਿਆ ਸੀ, ਮੈਂ ਆਪਾਂ ਸ਼ਬਦ ਹੀ ਕਹਿੰਦਾ ਕਿ ਉਹ ਸਾਰਿਆਂ ਦਾ ਸਾਂਝਾ ਹੀ ਸੰਘਰਸ਼ ਸੀਗਾ ਤੇ ਉਹਦੇ ਵਿੱਚ ਇੱਕ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਸੀਗੀ ਫਸਲਾਂ ਦੇ ਉੱਤੇ ਦੇਣ ਦੀ, ਉਹ ਵੀ ਇੱਕ ਅਹਿਮ ਮਸਲਾ ਸੀ। ਪਰ ਅੱਜ ਕਈ ਵਿਅਕਤੀ ਕਹਿ ਰਹੇ ਨੇ ਕਿ ਉਹਦਾ ਬਣਿਆ ਕੀ, ਹਜੇ ਵੀ ਉਹ ਰੇੜਕਾ ਕਿੱਥੇ ਤੁਰਿਆ ਫਿਰਦਾ। ਦੇਖੋ, ਗੱਲ ਇਹ ਹੈ ਕਿ ਜਿਹੜਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਉਹ ਹੋਇਆ ਸੀ 3 ਕਾਲੇ ਕਾਨੂੰਨਾਂ ਨੂੰ ਖਤਮ ਕਰਵਾਉਣ ਵਾਸਤੇ। ਜੀ, ਜਦੋਂ ਸ਼ੁਰੂਆਤ ਹੋਈ ਹੈ ਕਿਸਾਨ ਮੋਰਚੇ ਦੀ, ਅੰਦੋਲਨ ਦੀ ਸ਼ੁਰੂਆਤ ਹੋਈ ਹੈ ਤੇ ਉਸ ਵੇਲੇ ਇਉਂ ਲੱਗਦਾ ਸੀ ਕਿ ਇਹ ਮੋਰਚਾ ਠੁੱਸ ਹੋ ਜਾਣਾ, ਇਹਨੂੰ ਕੋਈ ਬਹੁਤਾ ਲੋਕਾਂ ਦਾ ਸਮਰਥਨ ਨਹੀਂ ਮਿਲਣਾ। ਜੀ, ਪੰਜਾਬ ਦੇ ਵਿੱਚ ਕਈ ਮਹੀਨਿਆਂ ਤੱਕ ਜਦੋਜਹਿਦ ਕੀਤੀ ਤੇ ਜਦੋਜਹਿਦ ਕਰਨ ਤੋਂ ਬਾਅਦ ਹੌਲੀ ਹੌਲੀ ਜਦੋਂ ਮਾਹੌਲ ਭਖ ਗਿਆ ਤੇ ਫਿਰ ਫੈਸਲਾ ਇਹ ਹੋਇਆ ਕਿ ਦਿੱਲੀ ਵੱਲ ਨੂੰ ਵੀ ਹੀਰਾਂ ਕੱਤੀਆਂ ਜਾਣ। ਜਦੋਂ ਪੰਜਾਬ ਦੇ ਲੋਕ ਦਿੱਲੀ ਵੱਲ ਨੂੰ ਗਏ ਤੇ ਰਸਤੇ ਦੇ ਵਿੱਚ ਭਾਵੇਂ ਰੁਕਾਵਟਾਂ ਪਈਆਂ, ਲੇਕਿਨ ਨਾਲ ਹੀ ਹਰਿਆਣੇ ਦੇ ਭਰਾਵਾਂ ਨੇ ਆ ਕੇ ਬਾਂਹ ਫੜੀ ਆਪਦੇ ਭਰਾਵਾਂ ਦੀ। ਜੀ ਬਿਲਕੁਲ। ਉਹ ਜਦੋਂ ਆ ਕੇ ਦੋਨੋਂ ਤਰ੍ਹਾਂ ਨਾਲ ਰਲ ਗਏ ਤੇ ਫਿਰ ਇੰਨੇ ਵਧੀਆ ਤਰੀਕੇ ਦੇ ਨਾਲ ਗੁਪਤ ਰਸਤਿਆਂ ਰਾਹੀਂ, ਜਾਰਾ ਰਸਤਿਆਂ ਦੇ ਰਾਹੀਂ, ਟੋਇਆਂ ਨੂੰ ਪੂਰਦੇ ਹੋਏ, ਪਾਣੀ ਦੀਆਂ ਵਿਛਾੜਾਂ ਨੂੰ ਰੋਕਦੇ ਹੋਏ ਤੇ ਬਿਲਕੁਲ ਜਾ ਕੇ ਸਿੰਘੂ ਤੇ ਟਿਕਰੀ ਦੇ ਬਾਰਡਰ ਦੇ ਉੱਤੇ ਕਿਸਾਨਾਂ ਨੇ ਮੋਰਚਾ ਲਾ ਲਿਆ ਸੀ। ਜੀ, ਮੋਰਚਾ ਚੱਲਿਆ, ਉਹ ਲੰਬਾ 1 ਸਾਲ ਤੋਂ ਉੱਪਰ ਸਮਾਂ ਚੱਲਿਆ ਤੇ ਲਗਭਗ 750 ਕਿਸਾਨ ਉਹਦੇ ਵਿੱਚ ਸ਼ਹੀਦ ਹੋਏ ਹੈ। ਜੀ, ਉਸ ਮੋਰਚੇ ਨੇ ਕੌਮਾਂਤਰੀ ਰੂਪ ਅਖਤਿਆਰ ਕਰ ਲਿਆ ਸੀ। ਦੁਨੀਆ ਦੀਆਂ ਵੱਖ-ਵੱਖ ਦੇਸ਼ਾਂ ਦੀਆਂ ਜਿਹੜੀਆਂ ਪਾਰਲੀਮੈਂਟ ਹੈ ਉੱਥੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਉਠਾਈ। ਜੀ, ਇੱਥੋਂ ਤੱਕ ਕਿ ਜਦੋਂ ਕੋਈ ਕਾਲ ਦਿੱਤੀ ਜਾਂਦੀ ਸੀ ਤੇ ਉਸ ਕਾਲ ਦੇ ਜਵਾਬ ਦੇ ਵਿੱਚ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਗੱਲ ਕੀ ਕਿਸੇ ਵੀ ਦੇਸ਼ ਦਾ ਨਾਂ ਲੈ ਲਓ, ਉੱਥੇ ਭਾਰਤੀ ਮੂਲ ਦੇ ਕਿਸਾਨ ਨਹੀਂ, ਜਿਹੜੇ ਉਧਰਲੇ ਮੂਲ ਦੇ ਕਿਸਾਨ ਆ, ਉਹਨਾਂ ਨੇ ਵੀ ਆਪਣੇ ਟਰੈਕਟਰ ਕੱਢ ਕੇ ਮਾਰਚ ਕੀਤੇ, ਹਾਰਨ ਵਜਾਏ, ਬਹੁਤ ਵੱਡੇ ਪੱਧਰ ਦੇ ਉੱਤੇ ਸਮਰਥਨ ਮਿਲਿਆ। ਅਖੀਰ ਸਥਿਤੀ ਇਹ ਹੋ ਗਈ ਕਿ ਇਹ ਦਾਇਰਾ ਵਿਸ਼ਾਲ ਹੁੰਦਾ ਇੰਨਾ ਵਿਸ਼ਾਲ ਹੋ ਗਿਆ ਕਿ ਭਾਰਤ ਦੀ ਸਰਕਾਰ ਨੂੰ ਵਕਤ ਪੈ ਗਿਆ ਕਿ ਹੁਣ ਕਰਾਂਗੇ ਕੀ। ਜੀ, ਕਿਉਂਕਿ ਉਧਰੋਂ ਤੁਹਾਡੇ ਯਾਦ ਹੋਣਾ ਉਸੇ ਵੇਲੇ 5 ਰਾਜਾਂ ਦੇ ਵਿੱਚ ਚੋਣਾਂ ਆ ਗਈਆਂ ਸੀ। ਸੌਰੀ, ਉਹ 5 ਰਾਜਾਂ ਦੀਆਂ ਜਿਹੜੀਆਂ ਚੋਣਾਂ ਆਈਆਂ ਸੀ ਤੇ ਉਹਨਾਂ ਚੋਣਾਂ ਦੇ ਵਿੱਚ ਨਰਿੰਦਰ ਮੋਦੀ ਸਾਹਿਬ ਨੇ ਐਸਟੀਮੇਟ ਲਾ ਲਿਆ ਕਿ ਕਿਸਾਨ ਅੰਦੋਲਨ ਸਾਡੀਆਂ ਜੜ੍ਹਾਂ 'ਚ ਬੈਠ ਸਕਦਾ ਹੈ। ਤੇ ਫਿਰ ਨਤੀਜਾ ਇਹ ਹੋਇਆ ਸੀ, ਜਿਹੜਾ ਇਹ ਮੰਨਿਆ ਜਾਂਦਾ ਸੀ ਕਿ ਨਰਿੰਦਰ ਮੋਦੀ ਕਦੇ ਕਿਸੇ ਦੇ ਸਾਹਮਣੇ ਝੁਕਿਆ ਨਹੀਂ, ਪਹਿਲੀ ਵਾਰ ਉਹਨੂੰ ਜ਼ਿੰਦਗੀ 'ਚ ਝੁਕਣਾ ਪਿਆ ਸੀ। ਜੀ, ਬਾਬੇ ਨਾਨਕ ਦਾ ਪ੍ਰਕਾਸ਼ ਪੁਰਬ ਆ ਗਿਆ। ਨਰਿੰਦਰ ਮੋਦੀ ਸਾਹਿਬ ਜਿਹੜੇ ਤੁਹਾਡੇ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਦੇ ਜਿਹੜੇ ਆਪਣਾ ਡਿਜੀਟਲ ਮੀਡੀਆ ਦੇ ਜਿਹੜੇ ਰਿਪੋਰਟਰ ਆਪਣੇ ਪਲੇਟਫਾਰਮ ਸੀ ਉੱਥੇ ਹਾਜ਼ਰ ਹੁੰਦੇ ਹੈ। ਉੱਥੇ ਹਾਜ਼ਰ ਹੋ ਕੇ 3 ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕਰਦੇ ਹੈ ਤੇ ਨਾਲ ਹੀ ਫਿਰ ਉਹ ਇਹ ਵੀ ਅਹਿਸਾਸ ਕਰਦੇ ਕਿ ਮੈਥੋਂ ਗਲਤੀ ਹੋਈ ਸੀ। ਗਲਤੀ ਦਾ ਅਹਿਸਾਸ ਵੀ ਕੀਤਾ ਤੇ ਮੁਆਫੀ ਵੀ ਉਹਨਾਂ ਨੇ ਮੰਗੀ। ਕਿਸਾਨਾਂ ਨੇ ਢੋਲ ਵਜਾਤੇ ਕਿ ਸਾਡੀ ਜਿੱਤ ਹੋ ਗਈ। ਜਿੱਥੋਂ ਅੰਦੋਲਨ ਸ਼ੁਰੂ ਹੋਇਆ ਸੀ, ਅੰਦੋਲਨ ਨੇ ਪਹਿਲੀ ਪ੍ਰਾਪਤੀ ਆਪਦੀ ਵੱਡੀ ਕਰ ਲਈ। ਲੇਕਿਨ ਨਾਲ ਦੀ ਨਾਲ ਹੀ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਇਹ ਰਾਏ ਬਣੀ ਕਿ ਜੇ ਆਪਾਂ ਇਉਂ ਹੀ ਉੱਠ ਕੇ ਤੁਰ ਪਏ, ਇਹ ਇੱਕ ਬਿਮਾਰੀ ਤਾਂ ਖਤਮ ਹੋ ਗਈ, ਜਿਹੜੀ ਬੇਸਿਕ ਬਿਮਾਰੀ ਹੈ ਉਹ ਤਾਂ ਖੜੀ ਹੈ। ਬੇਸਿਕ ਬਿਮਾਰੀ ਇਹ ਹੈ ਕਿ ਕਿਸਾਨਾਂ ਨੂੰ ਉਹਨਾਂ ਦੀ ਉਪਜ ਦਾ ਪੂਰਾ ਮੁੱਲ ਨਹੀਂ ਮਿਲਦਾ। ਇਹਦੇ ਵਾਸਤੇ ਬੇਸ਼ੱਕ ਸਵਾਮੀਨਾਥਨ ਕਮਿਸ਼ਨ ਬਣਿਆ, ਉਹਨੇ ਸਿਫਾਰਸ਼ਾਂ ਕੀਤੀਆਂ, ਲੇਕਿਨ ਉਹ ਕਮਿਸ਼ਨ ਸਿਫਾਰਸ਼ਾਂ ਕਰਨ ਵਾਲਾ ਹੀ ਸੀ। ਉਹਦੀਆਂ ਸਿਫਾਰਸ਼ਾਂ ਨੂੰ ਲਾਗੂ ਕੀਤਾ ਜਾਵੇ ਜ਼ਰੂਰੀ ਨਹੀਂ ਸੀ। ਹਾਲਾਂਕਿ 2019 ਦੀਆਂ 2014 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਲਗਭਗ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਨੇ, ਜਿਨ੍ਹਾਂ 'ਚ ਭਾਰਤੀ ਜਨਤਾ ਪਾਰਟੀ ਵੀ ਸੀ, ਉਹਨਾਂ ਨੇ ਇਹ ਪ੍ਰੋਮਿਸ ਕੀਤਾ ਸੀਗਾ ਕਿ ਜੇ ਅਸੀਂ ਪਾਵਰ 'ਚ ਆ ਗਏ ਤਾਂ ਸਵਾਮੀਨਾਥਨ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਸਿਫਾਰਸ਼ਾਂ ਨੂੰ ਲਾਗੂ ਕਰਾਂਗੇ। ਨਹੀਂ ਲਾਗੂ ਕੀਤੀਆਂ।
ਇਹ ਜਿਹੜੀ ਕਿਸਾਨ ਮੋਰਚੇ ਦੇ ਆਗੂ ਸੀ, ਉਹਨਾਂ ਨੇ ਸੋਚਿਆ ਕਿ ਹੁਣ ਜਦੋਂ ਅਸੀਂ ਇਕੱਠੇ ਹੋਏ ਹਾਂ ਤੇ ਵਾਰ-ਵਾਰ ਫਿਰ ਕਿਵੇਂ ਇਕੱਠੇ ਹੋਵਾਂਗੇ। ਬਿਹਤਰ ਹੈ ਕਿ ਬਾਕੀ ਮੰਗਾਂ ਵਾਸਤੇ ਵੀ ਆਪਾਂ ਮੋਰਚਾ ਬਰਕਰਾਰ ਰੱਖੀਏ। ਉਹਨਾਂ ਨੇ ਐਲਾਨ ਜੀ। ਕਰਤਾ ਕਿ ਮੋਰਚਾ ਵਾਪਸ ਨਹੀਂ ਹੋਊਗਾ ਜਿੰਨੀ ਦੇਰ ਦੂਜੀਆਂ ਮੰਗਾਂ ਨਹੀਂ ਪ੍ਰਵਾਨ ਹੁੰਦੀਆਂ। ਫਿਰ ਪਰਦੇ ਦੇ ਪਿੱਛੇ ਇੱਕ ਗੱਲਬਾਤ ਸ਼ੁਰੂ ਹੋਈ, ਔਰ ਜੀ। ਉਸ ਪਰਦੇ ਦੇ ਪਿੱਛੇ ਜਿਹੜੀ ਗੱਲਬਾਤ ਸ਼ੁਰੂ ਹੋਈ ਉਹਦੇ ਵਿੱਚ ਜੋ ਕਿਸਾਨਾਂ ਨੇ ਮੰਗਾਂ ਰੱਖੀਆਂ ਸੀ ਉਹ ਮੰਗਾਂ ਪ੍ਰਵਾਨ ਕੀਤੀਆਂ। ਪ੍ਰਮੁੱਖ ਜੀ। ਮੰਗਾਂ ਇਹ ਸੀ ਕਿ ਜਿਹੜੇ ਕਿਸਾਨ ਸ਼ਹੀਦ ਹੋਏ ਹੈ ਉਹਨਾਂ ਦੇ ਕਿਸਾਨਾਂ ਨੂੰ ਪੰਜਾਬ ਦੇ ਪੈਟਰਨ ਤੇ ਮੁਆਵਜ਼ਾ ਦਿੱਤਾ ਜਾਵੇ, ਰਾਹਤ ਦਿੱਤੀ ਜਾਵੇ। ਪੰਜਾਬ ਦਾ ਪੈਟਰਨ ਤੁਸੀਂ ਜਾਣਦੇ ਹੋ ਵੀ ਸਭ ਤੋਂ ਪਹਿਲਾਂ ਸ਼ੁਰੂਆਤ ਅੰਦੋਲਨ ਦੀ ਪੰਜਾਬ 'ਚ ਹੋਈ ਸੀ। ਬਿਲਕੁਲ ਬਿਲਕੁਲ। ਹਾਂ, ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਹਜ਼ਾਰਾਂ ਦੋਸ਼ ਲੱਗਦੇ ਹੋਣ, ਲੇਕਿਨ ਇਹ ਗੱਲ ਆਪਾਂ ਨੂੰ ਮੰਨਣੀ ਪੈਣੀ ਹੈ ਕਿ ਉਹਨੇ ਜਿਹੜੇ ਲੋਕ ਸ਼ਹੀਦ ਹੋਏ ਸੀ ਉਹਨਾਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਤੇ ਪਰਿਵਾਰ ਦੇ ਇੱਕ ਜੀ ਨੂੰ ਨੌਕਰੀ ਦੇਣ ਦਾ ਐਲਾਨ ਨਹੀਂ ਕੀਤਾ ਸੀ, ਸਗੋਂ ਉਹਨੂੰ ਲਾਗੂ ਵੀ ਕਰਤਾ ਸੀ। ਜੀ। ਇਹ ਫਿਰ ਗੱਲ ਆਈ ਕਿ ਪੰਜਾਬ ਦੇ ਪੈਟਰਨ ਤੇ ਤੁਸੀਂ ਮੁਆਵਜ਼ਾ ਦਿਓ, ਤੇ ਮੰਨ ਲਿਆ ਸੀ ਉਹਨਾਂ ਨੇ ਜੀ ਮੁਆਵਜ਼ਾ ਦਵਾਵਾਂਗੇ, ਅਸੀਂ ਸਟੇਟਾਂ ਨੂੰ ਕਹਿ ਦਿੰਦੇ ਕਿ ਮੁਆਵਜ਼ਾ ਦਿਓ। ਹਾਂ, ਜੇ ਹੁਣ ਆਪਾਂ ਦੇਖੀਏ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਹ ਤਾਂ ਦੇ ਹੀ ਰਹੀ ਸੀ, ਮੁਆਵਜ਼ਾ ਵੀ ਦੇ ਰਹੀ ਸੀ, ਨੌਕਰੀਆਂ ਵੀ ਦੇ ਰਹੀ ਸੀ। ਬਾਕੀ ਤਾਂ ਦੂਜਿਆਂ ਦੀ ਰਹਿ ਗਈ ਸੀ, ਹਰਿਆਣੇ ਦੀ ਹਰਿਆਣੇ ਦੇ ਵਿੱਚ ਬੀਜੇਪੀ ਸੀ, ਤੁਹਾਡੀ ਉੱਥੇ ਆਪਣੀ ਯੂਪੀ ਦੇ ਵਿੱਚ ਬੀਜੇਪੀ ਸੀ, ਪਰ ਕਿਸੇ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ। ਅਗਲੀ ਉਹਨਾਂ ਦੀ ਡਿਮਾਂਡ ਕਿਸਾਨਾਂ ਦੀ ਇਹ ਸੀ ਕਿ ਜਿਹੜੇ ਮੁਕੱਦਮੇ ਦਰਜ ਹੋਏ ਆ ਅੰਦੋਲਨ ਦੌਰਾਨ ਉਹ ਮੁਕੱਦਮੇ ਰੱਦ ਕੀਤੇ ਜਾਣ। ਕਹਿਤਾ ਸੀ ਜੀ ਕਰ ਦਿਆਂਗੇ, ਪਰ ਕੋਈ ਮੁਕੱਦਮਾ ਨਹੀਂ ਰੱਦ ਕੀਤਾ, ਉੱਥੇ ਰਹਿ ਗਈ ਗੱਲ। ਉੱਥੇ ਰਹਿ ਗਈ। ਵੱਡੀ ਗੱਲ ਉਹਨਾਂ ਦੀ ਇਹ ਸੀ ਕਿ MSP ਜਿਹੜੀ ਹੈਗੀ ਆ ਉਹ ਦਿਓ। ਉਦੋਂ ਇਹ ਗੱਲ ਕਹਿਤੀ ਸੀ ਕਿ MSP ਤੁਹਾਨੂੰ ਦੇ ਦਿਆਂਗੇ ਤੇ MSP ਬਾਰੇ ਅਸੀਂ ਕਮੇਟੀ ਬਣਾ ਦਿੰਦੇ ਹਾਂ ਜੀ। ਉਹ ਥੋੜੀ ਜਿਹੀ, ਕਿਉਂਕਿ ਉਸ ਵੇਲੇ ਸਾਡੇ ਕਿਸਾਨਾਂ ਦੇ ਇੱਕ ਹਿੱਸੇ ਤੋਂ ਵੀ ਗਲਤੀ ਹੋਈ, ਕਿਉਂਕਿ ਉਹਨਾਂ ਕਿਸਾਨਾਂ ਨੂੰ, ਜਿਹੜੇ ਕਿਸਾਨ ਆਗੂ ਸੀ ਉਹਨਾਂ ਨੂੰ ਮਤਲਬ ਕਿ ਭੁਲੇਖਾ ਪੈ ਗਿਆ ਸੀ ਕਿ ਜਿਵੇਂ ਲੋਕ ਸਾਡੇ ਨਾਲ ਅੰਦੋਲਨ 'ਚ ਆਏ ਹੈ ਤੇ ਜੇ ਅਸੀਂ ਵੋਟਾਂ 'ਚ ਖੜੇ ਹੋਈਏ ਤੇ ਸਾਨੂੰ ਵੋਟਾਂ ਵੀ ਪਾ ਦੇਣਗੇ ਤੇ ਅਸੀਂ ਮੁੱਖ ਮੰਤਰੀ ਬਣ ਜਾਾਂਗੇ, ਸਰਕਾਰ ਬਣਾ ਲਾਂਗੇ। ਉਹ ਇਸ ਗੱਲ ਨੂੰ ਭੁੱਲ ਗਏ ਕਿ ਇਹ ਇੱਕ ਆਰਥਿਕ ਮੁੱਦਾ ਹੈ। ਉਹਦੇ 'ਚ ਅਕਾਲੀ ਵੀ ਆਏ ਸੀ, ਉਹਦੇ 'ਚ ਕਾਂਗਰਸੀ ਵੀ ਆਏ ਸੀ, ਉਹਦੇ 'ਚ ਕਾਮਰੇਡ ਵੀ ਮੋਹਰੀ ਸੀ, ਉਹਦੇ ਵਿੱਚ ਬਾਕੀ ਸਾਰੇ ਸੀ। ਹਾਂ, ਉਹ ਜਦੋਂ ਉਹਨਾਂ ਦੇ ਹਿੱਤਾਂ ਦੀ ਗੱਲ ਆ ਉਹ ਲੜਾਈ ਲੜਦੇ ਆ, ਲੇਕਿਨ ਜਦੋਂ ਉਹਨਾਂ ਦੇ ਹਿੱਤਾਂ ਦੀ ਪੂਰਤੀ ਹੋ ਗਈ ਉਹਨਾਂ ਨੇ ਆਪਦੀਆਂ ਪਾਰਟੀਆਂ 'ਚ ਵਾਪਸ ਚਲੇ ਜਾਣੇ ਜੀ। ਤੇ ਫਿਰ ਆਪਾਂ ਨੂੰ ਪਤਾ ਹੀ ਹੋਇਆ ਕਿ ਜਿਹੜੀ ਜਾਗ ਕਿਸਾਨ ਮੋਰਚੇ ਨੇ ਲਾਈ ਸੀ, ਜਿਹਦੇ ਵਿੱਚੋਂ ਇੱਕ ਲੋਕਾਂ ਨੂੰ ਜਾਗਰੂਕਤਾ ਪੈਦਾ ਹੋਈ, ਉਹ ਜਾਗਰੂਕਤਾ ਜਿਹੜੀ ਆ ਅਕਾਲੀ ਦਲ ਦੇ ਵੀ ਖਿਲਾਫ ਗਈ, ਉਹ ਕਾਂਗਰਸ ਪਾਰਟੀ ਦੇ ਵੀ ਖਿਲਾਫ ਗਈ। ਲਾਹਾ ਤਾਂ ਲੈ ਗਏ ਆਮ ਆਦਮੀ ਪਾਰਟੀ ਵਾਲੇ, ਤੇ ਹਾਲ ਹੋ ਗਿਆ ਬੁਰਾ ਜਿਹੜੇ ਕਿਸਾਨ ਲੀਡਰਾਂ ਨੇ ਚੋਣ ਲੜੀ ਸੀ। ਇੱਕ ਅੰਦਰ ਖਾਤੇ ਗੱਲ ਦੱਸਣ ਵਾਲੀ ਸਭ ਹੋਰ ਹੋਈ ਸੀ ਕਿ ਅਰਵਿੰਦ ਕੇਜਰੀਵਾਲ ਨੇ ਭਗਵੰਤ ਸਿੰਘ ਮਾਨ ਨੂੰ ਨਜ਼ਰਅੰਦਾਜ਼ ਕਰਕੇ ਤੇ ਦੋ ਬੰਦਿਆਂ ਦੇ ਉੱਤੇ ਟੇਕ ਰੱਖੀ ਸੀ ਕਿ ਜੇ ਇਹ ਦੋ ਬੰਦੇ ਆ ਜਾਣ ਤੇ ਇਹਨਾਂ ਦੇ ਨਾਂ ਦੇ ਉੱਤੇ ਅਸੀਂ ਚੋਣਾਂ ਲੜ ਸਕਦੇ ਹਾਂ। ਇੱਕ ਸੀ SPS ਓਬਰਾਏ ਜਿਹੜੇ ਦੁਬਈ ਦੇ ਵਿੱਚ ਰਹਿੰਦੇ ਹੈ, ਤੇ ਦੂਜੇ ਸੀ ਬਲਬੀਰ ਸਿੰਘ ਰਾਜੇਵਾਲ। ਓਬਰਾਏ ਨੇ ਤਾਂ ਪਹਿਲਾਂ ਹੀ ਜਵਾਬ ਦਿੱਤਾ ਸੀ ਕਿ ਮੈਂ ਨਹੀਂ ਇਸ ਕੰਜਰਖਾਨੇ 'ਚ ਪੈਂਦਾ, ਕਿਉਂਕਿ ਓਬਰਾਏ ਦੇ ਨਾਲ ਬੜਾ ਕੁਝ ਹੋਰ ਵੀ ਜੁੜਿਆ ਵਾ ਵੀ ਜੇ ਵੋਟਾਂ 'ਚ ਖੜੇ ਹੋਗੇ ਤਾਂ ਤੁਹਾਨੂੰ ਪਤਾ ਵੀ ਨਾਨਕੇ ਦਾਦਕੇ ਫਿਰ ਸਾਰੇ ਪਤਾ ਲੱਗ ਜਾਂਦੇ। ਹਾਂਜੀ ਹਾਂਜੀ, ਉਹਨੇ ਕਹਿੰਦਾ ਯਾਰ ਮੈਂ ਨਹੀਂ ਇਹ ਕੰਮ ਕਰ ਸਕਦਾ, ਮੈਨੂੰ ਬਖਸ਼ੋ। ਤੇ ਰਾਜੇਵਾਲ ਸਾਹਿਬ ਨੂੰ ਅੰਦਰ ਖਾਤੇ ਕਹਿੰਦਾ ਤੈਨੂੰ ਮੁੱਖ ਮੰਤਰੀ ਬਣਾ ਦਿਆਂਗੇ ਜੀ। ਤੇ ਰਾਜੇਵਾਲ ਸਾਹਿਬ ਇਹ ਸੋਚਣ ਲੱਗੇ ਕਿ ਮੈਨੂੰ ਮੁੱਖ ਮੰਤਰੀ ਬਣਾਉਣਗੇ, ਫਿਰ ਮੈਨੂੰ ਉਨੀਆਂ ਸੀਟਾਂ ਤਾਂ ਦੇਣਗੇ ਨਾ ਮੈਨੂੰ ਮੁੱਖ ਮੰਤਰੀ ਬਣਨ ਜੋਗੀਆਂ। ਉਹ ਆਖਰ ਮੈਨੂੰ ਸੀਟਾਂ ਦੇਣ, ਉਹ ਆਖਰ ਨਹੀਂ ਤੈਨੂੰ ਮੁੱਖ ਮੰਤਰੀ ਬਣਾਵਾਂਗੇ, ਤੂੰ ਆਪਦੇ ਇੰਨੇ ਕਿਤੇ ਖੜ ਜਾ ਬਸ ਤੂੰ ਇਹ ਖੜ ਜਾ ਵੀ ਤੂੰ ਇਕੱਲੇ ਮੁੱਖ ਮੰਤਰੀ ਤੇ ਖੜਨਾ। ਭਗਵੰਤ ਮਾਨ ਨਾਲ ਵੀ ਤਾਂ ਇਹੀ ਕੀਤੀ ਹੈ ਨਾ। ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਕੈਂਡੀਡੇਟ ਐਲਾਨ ਕਰਨ ਤੋਂ ਪਹਿਲਾਂ ਤਾਂ ਟਿਕਟਾਂ ਸਾਰੀਆਂ ਦੇਤੀਆਂ ਸੀ, ਕਿਉਂਕਿ ਅਰਵਿੰਦ ਕੇਜਰੀਵਾਲ ਦੀ ਇੱਕ ਸੋਚ ਹੈ। ਉਹਦੀ ਸੋਚ ਹੈ ਕਿ ਜਿਹੜਾ ਬੰਦਾ ਮੇਰੀ ਲੀਡਰਸ਼ਿਪ ਨੂੰ ਚੁਣੌਤੀ ਦੇ ਸਕਦਾ ਉਹ ਬੰਦੇ ਦਾ ਪਹਿਲਾਂ ਹੀ ਫਾਹਾ ਵੱਢ ਦਿਓ। ਤੇ ਜੇ ਆਪਾਂ ਦੇਖੀਏ ਜਦੋਂ ਇਹਨਾਂ ਨੇ ਆਮ ਆਦਮੀ ਪਾਰਟੀ ਬਣਾਈ ਆ, ਅੰਦੋਲਨ ਚੋਂ ਨਿਕਲੀ ਸੀ, ਬਣਾਉਣ ਵਾਲਿਆਂ ਦੇ ਵਿੱਚ ਸ਼ਾਂਤੀ ਭੂਸ਼ਣ ਸੀ, ਪ੍ਰਸ਼ਾਂਤ ਭੂਸ਼ਣ ਸੀ, ਜੋਗਿੰਦਰ ਯਾਦਵ ਸੀ, ਧਰਮਵੀਰ ਗਾਂਧੀ ਸੀ, ਸੁੱਚਾ ਸਿੰਘ ਛੋਟੇਪੁਰ ਵਰਗੇ ਕਿੰਨੇ ਬੰਦੇ ਸੀ। ਸਾਰੇ ਘਰੇ ਤੋਰ ਕੇ ਤੇ ਇਕੱਲਾ ਹੀ ਰਹਿ ਗਿਆ। ਜਿਹੜੇ ਬੰਦੇ ਉਹਦੀ ਅਧੀਨਗੀ ਮੰਨਣ ਉਹਨਾਂ ਨੂੰ ਉਹ ਪ੍ਰਵਾਨ ਕਰਦਾ ਹੈ। ਤੇ ਉਹਨੇ ਦੇਖ ਲਿਆ ਸੀ ਵੀ ਜੇ ਇੱਥੇ ਇਹ ਬੰਦੇ ਆ ਗਏ, ਇਹਨਾਂ ਨੂੰ ਅਸੀਂ ਦੇਤੇ, ਇੰਨੇ MLA ਦਿੱਤੇ ਤੇ ਇਹਨਾਂ ਨੇ ਅਧੀਨਗੀ ਨਹੀਂ ਕਬੂਲਣੀ, ਬਾਰੀ ਨਾਲ ਨਹੀਂ ਲਟਕਣਾ ਜੀ। ਉਹ ਬਾਰੀ ਨਾਲ ਲਟਕਣ ਵਾਲੇ ਮੁੱਖ ਮੰਤਰੀ ਭਾਲਦਾ ਸੀ। ਤੇ ਰਾਜੇਵਾਲ ਸਾਹਿਬ ਨੂੰ ਇਹ ਭੁਲੇਖਾ ਪੈ ਗਿਆ ਵੀ ਵੋਟਾਂ ਤਾਂ ਮੇਰੇ ਨਾਂ ਤੇ ਪੈਣੀਆਂ ਨੇ ਤੇ ਜ਼ਮਾਨਤਾਂ ਜ਼ਬਤ ਹੋ ਗਈਆਂ ਜੀ। ਇਸ ਕਰਕੇ ਜਿਹੜੀ ਉਹ ਗਲਤੀ ਹੋਈ ਨਾ, ਉਸ ਗਲਤੀ ਨੇ ਵੀ ਥੋੜੀ ਜਿਹੀ ਗੱਲ ਕੀਤੀ, ਥੋੜੇ ਜਿਹੇ ਇਹਨਾਂ ਨੇ ਐਡਵਾਂਸ ਸਾਹਿਬ ਦਾ ਚੱਕ ਲਿਆ, ਉਹ ਜਿਹੜਾ ਸੀ ਧਰਨਾ।
ਧਰਨਾ ਬਿਲਕੁਲ। ਹੁਣ ਅੱਜ ਜਿਹੜੀ ਇਹ ਕੱਲ ਲੋਕ ਸਭਾ ਦੇ ਵਿੱਚ ਸਾਡੇ ਜਿਹੜੇ ਖੇਤੀਬਾੜੀ ਮੰਤਰੀ ਹੈ ਨਰਿੰਦਰ ਤੋਮਰ, ਉਹਨਾਂ ਨੇ ਵੀ ਕਹਿਤਾ ਜੀ ਅਸੀਂ MSP ਵਾਲੇ ਤਾਂ ਗਰੰਟੀ ਦਿੱਤੀ ਨਹੀਂ ਸੀ। ਹੂੰ। ਨੰਗਾ ਚਿੱਟਾ ਝੂਠ ਬੋਲਿਆ ਪਾਰਲੀਮੈਂਟ 'ਚ, ਔਰ ਦੁਨੀਆ ਜਾਣਦੀ ਹੈ ਕਿ ਜਵਾਬ ਦੇਤਾ, ਗਰੰਟੀ ਦਿੱਤੀ ਸੀ। ਗਰੰਟੀ ਦਿੱਤੀ ਸੀ। ਹੂੰ। ਇਹ ਕਿਹਾ ਸੀ ਜੀ ਉਹ ਕਮੇਟੀ ਬਣਾਵਾਂਗੇ। ਹੁਣ ਕਮੇਟੀ ਬਣਾਤੀ ਜੀ, ਨੋਟੀਫਿਕੇਸ਼ਨ ਇਹਨਾਂ ਨੇ ਜਾਰੀ ਕਰਤਾ। ਅੱਛਾ ਜੀ। ਕਮੇਟੀ ਬਣਾਈ ਆ 29 ਮੈਂਬਰੀ। ਅੱਛਾ ਜੀ। 29 ਮੈਂਬਰੀ ਕਮੇਟੀ ਦਾ ਚੇਅਰਮੈਨ ਬਣਾਤਾ ਸੰਜੇ ਅਗਰਵਾਲ। ਅੱਛਾ ਜੀ। ਸੰਜੇ ਅਗਰਵਾਲ ਉਹ ਆ ਜਿਹੜਾ ਖੇਤੀ ਸਕੱਤਰ ਹੁੰਦਾ ਸੀ। ਅੱਛਾ ਜੀ। ਨਾਲ ਇਹਦੇ ਇੱਕ ਜਿਹੜਾ ਹੈਗਾ ਨੀਤੀ ਆਯੋਗ ਦਾ ਬੰਦਾ ਲਾਤਾ। ਹੂੰ। ਨੀਤੀ ਆਯੋਗ ਦਾ ਬੰਦਾ ਉਹ ਹੈ ਜਿਹੜਾ ਬੁੱਤ ਘਾੜਾ ਸੀ ਇਸ ਨੇ ਕਾਨੂੰਨਾਂ ਦਾ, ਅੱਛਾ ਜੀ। ਉਹਨੂੰ ਲਾਤਾ। ਤੇ ਨਾਲ ਜਿਹੜੇ ਲਗੜ ਦੁਗੜ ਪਾਤੇ ਉਹ ਪਾਤੇ ਜਿਹੜੇ ਬਿਲਕੁਲ ਜਿਹੜਾ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਸੀ, ਕਹਿੰਦੇ ਜੀ ਇਹ ਕਿਸਾਨ ਆਗੂ ਹੈ। ਹੂੰ। ਕੁਛ ਇਹਨਾਂ ਦੇ ਵਿੱਚ ਨਾਲ ਇਹਨਾਂ ਨੇ ਉਹ ਪਾ ਦਿੱਤੇ ਜਿਹੜੇ ਬੰਦੇ ਭਾਰਤੀ ਜਨਤਾ ਪਾਰਟੀ RSS ਦੇ ਨਾਲ ਜੁੜੇ ਹੋਏ ਸੀ। ਅੱਛਾ ਜੀ। ਅੰਦੋਲਨ ਜੇ ਆਪਾਂ ਦੇਖੀਏ ਤਾਂ ਅੰਦੋਲਨ ਕਿੰਨੀਆਂ ਸਟੇਟਾਂ ਦਾ ਸੀ। ਅੰਦੋਲਨ ਸੀ ਪੰਜਾਬ ਤੋਂ ਸ਼ੁਰੂ ਹੋਇਆ, ਹਰਿਆਣਾ ਤੇ ਯੂਪੀ ਦੇ ਬਾਅਦ ਦੇ ਵਿੱਚ ਰਲ ਗਏ ਮਹਾਰਾਸ਼ਟਰ, ਮੱਧ ਪ੍ਰਦੇਸ਼ ਤੇ ਉਹ- ਸਾਰੇ ਹੀ ਉਹ- ਆ ਗਏ ਉਹ- ਕਰਨਾਟਕ। ਪਰ ਮੁੱਖ ਤੌਰ ਤੇ 3 ਰਾਜ ਸੀ ਨਾ। ਤਿੰਨ ਰਾਜ ਹੀ ਸੀ ਮੁੱਖ ਤੇ ਤੌਰ ਤੇ, ਬਿਲਕੁਲ। ਤਿੰਨਾਂ ਰਾਜਾਂ ਦੇ ਵਿੱਚੋਂ ਇੱਕ ਵੀ ਬੰਦਾ ਨਹੀਂ ਪਾਇਆ। ਹੂੰ। ਕਿਹੜੇ ਬੰਦੇ ਅੱਛਾ। ਕਿਹੜੇ ਨਹੀਂ ਪਾਏ, ਮਤਲਬ ਉਹ ਆਪਦੇ ਬੰਦੇ ਤਾਂ ਪਾ ਲਏ, ਉਹ ਬੰਦੇ ਨਹੀਂ ਪਾਏ। ਜਿਵੇਂ ਹੁਣ ਖੇਤੀ ਯੂਨੀਵਰਸਿਟੀਆਂ ਦੇ ਜਿਹੜੇ ਵਾਈਸ ਚਾਂਸਲਰ ਹੈ, ਖੇਤੀ ਜੀ। ਯੂਨੀਵਰਸਿਟੀਆਂ ਦੇ ਮਾਹਰ ਹੈ, ਇਹਨਾਂ ਸਟੇਟਾਂ ਦੇ ਵਿੱਚ ਬੜੇ ਤਕੜੇ ਬੰਦੇ ਬੈਠੇ ਆ। ਜਿਵੇਂ ਪੰਜਾਬ ਦੇ ਵਿੱਚ ਸਰਦਾਰਾ ਸਿੰਘ ਜੌਹਲ ਹੋਰੀ ਬੈਠੇ ਹੈ, ਹੂੰ। ਸੁੱਚਾ ਸਿੰਘ ਗਿੱਲ ਵਰਗੇ ਬੈਠੇ ਹੈ, ਪ੍ਰੋਫੈਸਰ ਦਵਿੰਦਰ ਕੁਮਾਰ ਸ਼ਰਮੇ ਵਰਗੇ ਬੈਠੇ ਹੈ। ਉਹਨਾਂ ਜੀ। ਸਾਰਿਆਂ ਨੂੰ ਨਜ਼ਰਅੰਦਾਜ਼ ਕਰਕੇ ਇਹਨਾਂ ਨੇ ਇੱਕ ਆਪਣੀ ਕਠਪੁਤਲੀ ਬਣਾ ਲਈ। ਜੀ। ਉਹ ਕਠਪੁਤਲੀ ਕਮੇਟੀ ਜਿਹੜੀ ਬਣਾ ਲਈ, ਕਹਿੰਦੇ ਜੀ ਆ ਜਾਓ, 3 ਸੀਟਾਂ ਤੁਹਾਡੇ ਵਾਸਤੇ ਖਾਲੀ ਰੱਖਤੀਆਂ, ਤੁਸੀਂ ਆ ਜਾਓ। ਹੂੰ। ਕੱਲ ਫਿਰ ਇਹਨਾਂ ਨੇ ਜਿਹੜੀ ਸੰਯੁਕਤ ਕਿਸਾਨ ਮੋਰਚੇ ਨੇ ਨਾਲ ਦੀ ਨਾਲ ਜਵਾਬ ਭੇਜਤਾ। ਜੀ। ਉਹ ਕਹਿੰਦੇ ਜਦੋਂ ਤੁਸੀਂ, ਇਹਨਾਂ ਨੇ ਇੱਕ ਇਲਜ਼ਾਮ ਲਾਤਾ ਸੰਯੁਕਤ ਕਿਸਾਨ ਮੋਰਚੇ ਤੇ ਕਿ ਜਦੋਂ ਅਸੀਂ ਇਹਨਾਂ ਨੂੰ ਕਹਿੰਦੇ ਸੀ ਤੁਸੀਂ ਆਪਣੇ ਬੰਦੇ ਦੇ ਦਿਓ, ਤੇ ਇਹਨਾਂ ਨੇ ਆਪਣੇ ਨੁਮਾਇੰਦੇ ਨਹੀਂ ਦਿੱਤੇ। ਹੂੰ। ਕਿਸਾਨ ਮੋਰਚੇ ਵਾਲੇ ਕਹਿੰਦੇ ਸੀ ਨੁਮਾਇੰਦੇ ਦੇਣੇ ਵੀ ਨਹੀਂ ਸੀ, ਜਿੰਨੀ ਅੱਛਾ। ਦੇਰ ਤੱਕ ਸਾਡੇ ਕੋਲੇ ਕਲੈਰੀਫਿਕੇਸ਼ਨ ਨਹੀਂ ਸੀ ਆਉਂਦੀ। ਅਸੀਂ ਉਹਨਾਂ ਨੂੰ ਪੁੱਛਿਆ ਸੀ ਕਮੇਟੀ ਦਾ ਚੇਅਰਮੈਨ ਕੌਣ ਹੋਊਗਾ, ਇਹ ਦੱਸਿਆ ਜਾਵੇ। ਜੀ। ਕਮੇਟੀ ਦਾ ਏਜੰਡਾ ਕੀ ਹੋਊਗਾ, ਇਹ ਦੱਸਿਆ ਜਾਵੇ। ਕਮੇਟੀ ਜੀ। ਸਿਰਫ ਤੇ ਸਿਰਫ MSP ਤੱਕ ਸੀਮਿਤ ਹੋਣੀ ਚਾਹੀਦੀ ਹੈ, ਇਹ ਗਰੰਟੀ ਦਿਓ। ਹੁਣ ਜਿਹੜੀਆਂ ਚੀਜ਼ਾਂ ਗੱਲ ਕਰਤੀਆਂ ਇਹਨਾਂ ਨੇ, ਕਹਿੰਦੇ MSP ਬਾਰੇ ਵੀ ਸੋਚਾਂਗੇ, ਆਧੁਨਿਕ ਖੇਤੀ ਕਰਨੀ ਹੈ, ਖੇਤੀ ਜਿਹੜੀ ਹੈਗੀ ਹੈ ਜੀ ਉਹ ਰਵਾਇਤੀ ਕਰਨੀ ਹੈ, ਉਹ ਆ ਕਰਨਾ ਵਾਹ ਕਰਨਾ, ਮਤਲਬ ਉਹੀ ਪੁਰਾਣੀ ਗੱਲ ਜਿਹੜੀ ਪਹਿਲਾਂ 3 ਕਾਨੂੰਨਾਂ ਰਾਹੀਂ ਲਿਆਂਦੀ ਸੀ, ਉਹਨੂੰ ਨਵੇਂ ਤਰੀਕੇ ਨਾਲ ਜਿਹੜੀ ਹੈਗੀ ਆ, ਨਵੇਂ ਤਰੀਕੇ ਨਾਲ ਲਿਆ ਰਹੇ। ਹਾਂ, ਨਵੀਆਂ ਬੋਤਲਾਂ 'ਚ ਪੁਰਾਣੀ ਸ਼ਰਾਬ ਫੇਰ ਪਾਉਂਦੇ ਆ। ਉਹਨਾਂ ਨੇ ਦਿੱਤਾ ਜਵਾਬ। ਉਹ ਕਹਿੰਦੇ ਵੀ ਧੰਨ ਧੰਨ ਸਤਿਗੁਰੂ ਬਾਬਾ ਨਾਨਕ ਵਾਲਾ ਸਤਿਗੁਰੂ ਆ, ਉਹਦੇ ਵਾਲਾ ਰਾਮ ਰਹੀਮ ਵਾਲਾ ਨਹੀਂ। ਸਾਡੀ ਤੁਹਾਨੂੰ ਸਤਿ ਸ੍ਰੀ ਅਕਾਲ, ਤੇ ਅਸੀਂ ਨਹੀਂ ਇਸ ਕਮੇਟੀ 'ਚ ਆਉਣਾ। ਤੇ ਲਓ ਜੀ ਹੁਣ ਅਸੀਂ ਕਰਾਂਗੇ ਸੰਘਰਸ਼। ਜੀ। ਸੰਘਰਸ਼ ਹੁਣ ਹੋਣਾ ਜੀ 31 ਜੁਲਾਈ ਨੂੰ ਤਾਂ ਉਹਨਾਂ ਨੇ ਰੋਕਣੀਆਂ ਰੇਲਾਂ। ਅਗਲੇ 3-4 ਮਹੀਨਿਆਂ 'ਚ ਕਹਿੰਦੇ ਅਸੀਂ ਹੋਰ ਬਹੁਤ ਕੁਝ ਕਰਾਂਗੇ। ਜੀ। ਵੱਡੀ ਗੱਲ ਇਹਦੇ ਵਿੱਚੋਂ ਇਹ ਹੈ ਕਿ ਅੱਗੇ 2024 ਚ ਪਾਰਲੀਮੈਂਟ ਦੀਆਂ ਚੋਣਾਂ ਆ ਰਹੀਆਂ। ਹਾਂਜੀ, ਆ ਪਰ ਗਈਆਂ। ਬਹੁਤ ਸਾਰੇ ਲੋਕਾਂ ਨੂੰ ਹੁਣ ਇੱਕ ਭੁਲੇਖਾ ਹੈ, ਬੜੇ ਲੋਕਾਂ ਨੂੰ ਇਹ ਹੈ ਵੀ ਜੀ ਇਹ ਕੀ ਕਰਨਗੇ ਹੁਣ। ਪਹਿਲਾਂ ਵਾਲਾ ਅੰਦੋਲਨ ਨਹੀਂ ਬਣਨਾ। ਮੈਂ ਗਰੰਟੀ ਨਾਲ ਕਹਿ ਸਕਦਾ ਕਿ ਅੰਦੋਲਨ ਪਹਿਲਾਂ ਨਾਲੋਂ ਵੀ ਸਖਤ ਬਣੂਗਾ। ਜੀ। ਮੋਰਚਾ ਪਹਿਲਾਂ ਨਾਲੋਂ ਵੀ ਮਜ਼ਬੂਤ ਹੋਊਗਾ। ਹੁਣ ਜਿਵੇਂ ਅੰਡਰ ਕਰੰਟ ਹੋਊਗਾ, ਜਿਵੇਂ ਪੰਜਾਬ ਦੇ ਵਿੱਚ ਪਤਾ ਹੀ ਨਹੀਂ ਸੀਗਾ ਵੀ ਕਿੱਧਰ ਨੂੰ ਜਾਊਗਾ ਇੰਨਾ ਕੁਝ। ਹਾਂ, ਅੰਡਰ ਕਰੰਟ ਵਾਲੀ ਗੱਲ ਨਹੀਂ। ਲੋਕਾਂ ਨੂੰ ਮਤਲਬ ਇੱਕ ਤਾਂ ਇਹ ਹੈ ਨਾ ਵੀ ਇਸ ਗੱਲ ਦਾ ਲੋਕਾਂ ਨੂੰ ਭਰੋਸਾ ਹੋ ਗਿਆ ਕਿ ਏਕੇ ਦੀ ਜਿੱਤ ਹੈ। ਜੀ। ਜੇ ਸਾਡਾ ਏਕਾ ਸੀ ਤਾਂ ਅਸੀਂ ਐਡੀ ਵੱਡੀ ਹਕੂਮਤ ਨੂੰ ਝੁਕਾ ਲਿਆ। ਬਾਕੀ ਰਹਿੰਦੀਆਂ ਮੰਗਾਂ ਅਸੀਂ ਮਨਵਾਉਣੀਆਂ। ਤੇ ਆਪਣੇ ਲੋਕ ਤਾਂ ਪੰਜਾਬ ਵਾਲਿਆਂ ਦੀ ਹਾਲਤ ਇਹ ਹੈ ਨਾ ਵੀ ਆਪਾਂ ਨੂੰ ਤਾਂ ਜਦੋਂ ਬਾਹਰ ਲੈ ਜਾਣ ਤਾਂ ਪਿਕਨਿਕ ਮਨਾਉਣੀ, ਤਾਂ ਕਹਿੰਦੇ ਵੀ ਚਲੋ ਨਾਲੇ ਸੈਰ ਸਪਾਟਾ ਕਰਾਵਾਂਗੇ, ਬਹਿ ਜਾਗੇ। ਬਿਲਕੁਲ। ਸਾਲ 6 ਮਹੀਨੇ ਬਹਿ ਜਾਗੇ, ਲੈ ਜਾਗੇ ਟਰਾਲੀਆਂ ਦੇ ਉੱਤੇ ਲਾ ਕੇ, ਉਵੇਂ ਜਿਵੇਂ ਪਹਿਲਾਂ ਨੂੰ ਬਿੱਡ ਲਾ ਕੇ। ਤੇ ਤੁਸੀਂ ਸਮਾਨ ਤਾਂ ਉਵੇਂ ਪਿਆ ਜੀ, ਕਈ ਪਿੰਡਾਂ ਨੇ ਤਾਂ ਸਾਂਝੀਆਂ ਬਣਾਈਆਂ ਵੀ ਹੈ, ਉਹ ਸਾਂਝੀਆਂ ਬਣਾਈਆਂ, ਉਵੇਂ ਜਿਵੇਂ ਤੁਰ ਪੈਣਗੀਆਂ। ਅਗਲੀ ਗੱਲ ਇਹ ਹੈ ਕਿ ਜਿਹੜੀ ਗਲਤੀ ਹੋ ਗਈ ਸੀ ਚੋਣਾਂ ਲੜਨ ਵਾਲੀ, ਉਹ ਵੀ ਅੰਦਰ ਖਾਤੇ ਯਤਨ ਸ਼ੁਰੂ ਹੋ ਗਿਆ ਕਿ ਸਮੁੱਚੀ ਕਿਸਾਨ ਜਿਹੜੀ ਲਹਿਰ ਆ ਉਹਨੂੰ ਇੱਕ ਮੁੱਠਭੇੜ ਕੀਤਾ ਜਾਵੇ। ਜੀ। ਜਿਹੜੇ ਬੰਦੇ ਇਸ ਵੇਲੇ ਬਾਹਰ ਆ ਉਹਨਾਂ ਬੰਦਿਆਂ ਨੂੰ ਵੀ ਵਾਰਨਿੰਗ ਦੇ ਕੇ ਉਹਨਾਂ ਨੂੰ ਥੋੜਾ ਬਹੁਤਾ ਮਤਲਬ ਹੈ ਵੀ ਕਿਸੇ ਕਿਸਮ ਦੀ ਝਿੜਕ ਕੇ ਉਹਨਾਂ ਨੂੰ ਵੀ ਨਾਲ ਲਾਇਆ ਜਾਵੇ। ਨਾਲ ਲਾ ਕੇ ਫਿਰ ਚੱਲੂ ਤੇ ਫਿਰ ਇਹ ਅੰਦੋਲਨ ਬੜਾ ਜ਼ਬਰਦਸਤ ਚੱਲੇ। ਔਰ 2024 ਤੱਕ ਫਿਰ ਨਰਿੰਦਰ ਮੋਦੀ ਹੋਰਾਂ ਨੂੰ ਪਤਾ ਲੱਗ ਜਾਣਾ ਕਿ ਉਹ ਜਿਹੜਾ ਦਿੱਲੀ ਵਾਲਾ ਤਖਤ ਹੈ ਉਹ ਐਡਾ ਨੇੜੇ ਨਹੀਂ, ਉਹ ਦੂਰ ਵੀ ਹੋ ਸਕਦਾ ਹੈ। ਕਿਉਂਕਿ ਹੁਣ ਆਪਾਂ ਦੇਖੀਏ ਆਪੋਜੀਸ਼ਨ ਵੱਡੀ ਹੋਈ ਹੈ, ਆਪੋਜੀਸ਼ਨ ਵੱਲੋਂ ਕੋਈ ਚੁਣੌਤੀ ਨਹੀਂ। ਤੇ ਅੰਦੋਲਨ ਦਾ ਧੁਰਾ ਜਿਹੜਾ ਕਿਸਾਨ ਬਣਨਾ, ਤੇ ਇਹ ਆਪੋਜੀਸ਼ਨ ਯੂਨਿਟੀ ਦਾ ਧੁਰਾ ਵੀ ਬਣ ਸਕਦਾ ਹੈ।
ਬਿਲਕੁਲ ਬਣ ਸਕਦਾ। ਅੰਦੋਲਨ ਦੇ ਵਿੱਚੋਂ ਹੀ ਅਸਲ ਦੇ ਵਿੱਚ ਜਿਹੜੇ ਆਪਾਂ ਘਰੇ ਬੈਠ ਕੇ ਕਹਿ ਦਿੰਦੇ ਆ ਜੀ ਗੱਠਜੋੜ ਕਰ ਲਓ, ਗੱਠਜੋੜ ਕਦੇ ਉਹ ਗੱਠਜੋੜ ਨਹੀਂ ਹੁੰਦੇ, ਗੱਠਜੋੜ ਹੁੰਦੇ ਆ ਸੰਘਰਸ਼ਾਂ ਦੇ ਵਿੱਚੋਂ। ਸੰਘਰਸ਼ ਦੇ ਵਿੱਚੋਂ ਜਿਹੜਾ ਗੱਠਜੋੜ ਬਣਨਾ, ਅਸਲ ਗੱਠਜੋੜ ਉਹ ਹੋਊਗਾ। ਤੇ ਮੇਰੇ ਖਿਆਲ ਮੁਤਾਬਕ ਉਹ ਗੱਠਜੋੜ ਬਣ ਰਿਹਾ। ਛੋਟੇ ਹੁੰਦੇ ਆਪਾਂ ਪੜ੍ਹਦੇ ਹੁੰਦੇ ਸੀ ਕਿ ਰੱਬ ਜੋ ਕਰਦਾ ਚੰਗਾ ਹੀ ਕਰਦਾ ਹੈ। ਬਿਲਕੁਲ ਬਿਲਕੁਲ ਬਿਲਕੁਲ। ਉਹ ਇੱਕ ਕਹਾਣੀ ਹੁੰਦੀ ਸੀਗੀ ਵੀ ਕਿੰਨਾ ਕਿਸੇ ਰਾਜੇ ਦੀ ਉਂਗਲ ਵੱਢੀ ਗਈ ਹੂੰ ਤੇ ਉਹ ਕਹਿੰਦੇ ਉਹਨੇ ਜਦੋਂ ਕੀਤਾ ਹੈ ਤੇ ਉਹ ਜਿਹੜਾ ਵਜ਼ੀਰ ਸੀ, ਉਹਦਾ ਸਿਆਣਾ ਵਜ਼ੀਰ ਸੀਗਾ ਆਪਣੇ ਰਾਮ ਸਿੰਘ ਗਿੱਲ ਵਰਗਾ, ਜੋ ਰੱਬ ਕਰਦਾ ਚੰਗਾ ਹੀ ਹੈ। ਉਹ ਕਹਿੰਦਾ ਜੀ ਬਹੁਤ ਵਧੀਆ ਹੋ ਗਿਆ। ਉਹਦਾ ਮੇਰੀ ਉਂਗਲ ਵੱਢੀ ਗਈ, ਤੂੰ ਐ ਗੱਲ ਕਹਿੰਦਾ ਕੱਢ ਦੇ ਉਹਨੂੰ। ਕਹਿੰਦੇ ਕੱਢਤਾ। ਰਾਜੇ ਦੀ ਉਂਗਲ ਦੇ ਉੱਤੇ ਉਹਨੇ ਬੜੀ ਪੱਟੀ ਪੁੱਟੀ ਕਰ ਲਈ। ਕਹਿੰਦੇ ਸ਼ਿਕਾਰ ਖੇਡਣਾ ਚਲੇ ਗਏ, ਸ਼ਿਕਾਰ ਖੇਡਣ ਚਲੇ ਗਏ। ਅੱਗਾ ਦੂਜੇ ਰਾਜ ਦੇ ਰਾਜੇ ਨੇ ਕੋਈ ਮਾੜਾ ਮੋਟਾ ਪੁੱਛਿਆ ਦੱਸਿਆ ਸੀ ਵੀ ਆਪਣੇ ਤੇ ਭੀੜ ਪੈ ਗਈ ਤੇ ਕੀ ਕਰੀਏ। ਉਹ ਕਹਿੰਦੇ ਜੀ ਬੰਦੇ ਦੀ ਬਲੀ ਦੇ ਦਿਓ। ਉਹ ਕਹਿੰਦੇ ਫਿਰ ਆਪਣੇ ਆਪ ਦੇ ਬੰਦੇ ਦੀ ਤਾਂ ਦੇਣੀ ਨਹੀਂ, ਹੋਰ ਰਾਜ ਦਾ ਬੰਦਾ ਭਾਲ ਕੇ ਲਿਆਓ। ਜੰਗਲਾਂ ਚਲੇ ਗਏ ਤੇ ਰਾਜਾ ਮਿਲ ਗਿਆ। ਉਹਦੇ ਆ ਜਾ ਭਾਈ, ਉਹ ਲੈ ਗਏ ਨੂੜ ਕੇ ਪਰਮਿੰਦਰ ਹੋਰੀ। ਨੂੜ ਕੇ ਲਿਜਾ ਕੇ ਜਦੋਂ ਉਹਨਾਂ ਨੇ ਪ੍ਰੋਤ ਕੋਲੇ ਕੀਤਾ, ਕਹਿੰਦੇ ਲਓ ਜੀ ਪ੍ਰੋਤ ਜੀ ਫਿਰ ਕਰੋ ਆਪਦੇ ਮੰਤਰ ਮੁੰਤਰ ਪੜੋ। ਆ ਗਏ ਤਾਂ ਉਹ ਨਹਾ ਨੂੰ ਕੇ ਜਦੋਂ ਪ੍ਰੋਤ ਜੀ ਵੇਖ ਕੇ ਪੜਨ ਲੱਗੇ, ਉਹਨਾਂ ਨੇ ਜੋ ਉਂਗਲਾਂ ਜਿਹੀਆਂ ਦੇਖਿਆ, ਕਹਿੰਦੇ ਉਂਗਲ ਵੱਡੀ ਹੈ, ਬੰਦਾ ਪੂਰਾ ਨਹੀਂ, ਇਹ ਤਾਂ ਜੀ ਰੱਦ ਕਰ ਦਿਓ, ਇਹ ਤਾਂ ਆਪਣੀ ਗੱਲ ਹੈ ਨਹੀਂ। ਉਹਦੀ ਚਲੋ ਰੱਦ ਕਰਤਾ, ਉਹਨੂੰ ਛੱਡਦਾ ਤੇ ਉਹ ਬਾਗੀਆਂ ਪਾਉਂਦਾ ਆਵੇ ਰਾਜਾ। ਵਜ਼ੀਰ ਨੂੰ ਕਹਿੰਦਾ ਲਿਆਓ ਲਿਆ ਆਜੋ ਵੀ ਆਜੋ ਆਜੋ ਆਜੋ। ਕਹਿੰਦਾ ਕੀ ਗੱਲ? ਉਹ ਕਹਿੰਦਾ ਭਰਾਵਾ ਗੱਲ ਵਧੀਆ ਕਰਤੀ। ਉਹ ਕਹਿੰਦਾ ਰੱਬ ਜੋ ਕਰਦਾ ਚੰਗਾ ਹੀ ਕਰਦਾ। ਉਹਨੇ ਨਿਕਲਣ ਵੇਲੇ ਵੀ ਕਰਦਾ। ਉਹ ਕਹਿੰਦਾ ਤੂੰ ਆਪਦੇ ਬਾਰੇ ਕਿਉਂ ਕਿਹਾ? ਉਹ ਕਹਿੰਦਾ ਮੈਂ ਤੇਰੇ ਨਾਲ ਹੀ ਜਾਣਾ ਸੀ, ਉਹਨਾਂ ਨੇ ਮੈਨੂੰ ਟੰਗ ਦੇਣਾ ਸੀ। ਸੋ ਮੇਰੇ ਖਿਆਲ ਮੁਤਾਬਕ ਜਿਹੜੀ ਇਹ ਕਾਰਵਾਈ ਕੀਤੀ ਹੈ ਨਾ, ਕਾਰਵਾਈ ਤਾਂ ਇਹ ਕੀਤੀ ਹੈ ਵੀ ਆਪਾਂ ਕਿਸਾਨਾਂ ਨੂੰ ਬਣਾ ਦਈਏ ਬੇਵਕੂਫ। ਤੇ ਮੇਰੇ ਖਿਆਲ ਮੁਤਾਬਕ ਇਹ 2024 ਵਾਲੀ ਪਾਰਲੀਮੈਂਟ ਤੋਂ ਪਹਿਲਾਂ ਬੰਨ ਨੂੰ ਐਡਾ ਵੱਜ ਜਾਣੇ ਕਿ ਆਪੋਜੀਸ਼ਨ ਦੀ ਯੂਨਿਟੀ ਦਾ ਇੱਕ ਬਹੁਤ ਵੱਡਾ ਕਾਰਕ ਬਣ ਜਾਣਾ। ਤੇ ਮੈਂ ਤੁਹਾਨੂੰ ਇੱਕ ਹੋਰ ਬੇਨਤੀ ਕਰੂੰਗਾ, ਇਹ ਪ੍ਰੋਗਰਾਮ ਨੂੰ ਸਾਂਭ ਕੇ ਰੱਖਿਓ। ਇਹ ਫਿਰ 2024-25 ਵੇਲੇ ਆਪਾਂ ਇਹ ਦੱਸਣ ਜੋਗਰੇ ਹੋ ਜਾਾਂਗੇ। ਹਾਂ ਅਸੀਂ ਇਹ ਪ੍ਰਿਡਿਕਸ਼ਨ ਕੀਤੀ ਸੀ ਜੀ। ਤੇ ਚਲੋ ਸਾਹਿਬ, ਮਾਈਨਿੰਗ ਜਿਹੜੀ ਬੜੀ ਨਿਸ਼ਚੈ ਰਹੀ ਹੈ, ਤੁਹਾਨੂੰ ਵੀ ਯਾਦ ਹੋਣਾ ਮੱਧ ਪ੍ਰਦੇਸ਼ ਦੀ ਬੜੀ ਥਾਣੇਦਾਰ ਦੇ ਉੱਤੇ ਟਰੈਕਟਰ ਟਰਾਲੀ ਚੜਾਤੀ ਸੀ। ਅਜੇ ਪੰਜਾਬ 'ਚ ਤਾਂ ਇੱਕ ਪੱਤਰਕਾਰ ਦੀ ਮੌਤ ਦੀ ਚਰਚਾ ਹੋਈ ਹੈ ਮਾਈਨਿੰਗ ਕਰਕੇ, ਪਰ ਕੇਸੀ ਮਾਰਦੇ ਹਰਿਆਣੇ ਵਾਲਿਆਂ ਨੇ ਤਾਂ ਉੱਤੋਂ ਦੀ ਚਪਾਤਾ ਜੀ DSP ਦੇ। ਦੇਖੋ ਗੱਲ ਇਹ ਹੈ ਕਿ ਜਿਹੜਾ ਮਾਫੀਆ ਹੁੰਦਾ ਹੈ ਦਾਨੇਵਾਲੀਆ ਸਾਹਿਬ, ਮਾਫੀਆ ਹੁੰਦਾ ਹੈ ਜੀ। ਮਾੜੇ ਚੰਗੇ ਕੰਮ ਸਾਰੇ ਲੋਕ ਹੀ ਕਰਦੇ, ਪਰ ਮਾਫੀਆ ਆਪਾਂ ਕਿਉਂ ਕਹਿੰਦੇ ਹਾਂ? ਮਾਫੀਆ ਹੁੰਦਾ ਕਿ ਜਥੇਬੰਦਕ ਗਰੋਹ, ਔਰ ਉਹ ਜਥੇਬੰਦਕ ਗਰੋਹ ਜਿਹੜੀ ਉਹਨੇ ਆਪਦੀ ਕਮਾਈ ਕਰਨੀ ਹੁੰਦੀ ਹੈ, ਉਹ ਕਮਾਈ ਦੇ ਨਾਲ, ਕਾਲੀ ਕਮਾਈ ਦੇ ਨਾਲ ਕਿਸੇ ਵੀ ਹੱਦ ਤੱਕ ਬੰਦਾ ਗਾਂਹ ਵੱਧ ਸਕਦਾ ਹੈ। ਕਿਉਂਕਿ ਜਿਹੜੇ ਟਿੱਪਰਾਂ ਦੇ, ਡੰਪਰਾਂ ਦੇ, ਟਰੈਕਟਰਾਂ ਦੇ ਜਿਹੜੇ ਡਰਾਈਵਰ ਕੰਡਕਟਰ ਰੱਖੇ ਹੁੰਦੇ, ਇਹ ਤਾਂ ਵਿਚਾਰੇ ਵੀਕਰ ਸੈਕਸ਼ਨ 'ਚ ਹੁੰਦੇ ਆ, ਗਰੀਬ ਆਦਮੀ ਹੁੰਦੇ ਆ ਜਿਨ੍ਹਾਂ ਨੂੰ ਰੋਜੀ ਰੋਟੀ ਦੀ ਲੋੜ ਹੁੰਦੀ ਹੈ। ਉਹਨਾਂ ਨੂੰ ਥੋੜ੍ਹੇ ਪੈਸੇ ਦੇ ਕੇ ਰੱਖ ਲੈਂਦੇ ਆ। ਜਦੋਂ ਕਮਾਈ ਹੋਣੀ ਹੈ ਥੋੜ੍ਹੇ ਜਿਹੇ ਵੱਧ ਦੇ ਦਿੰਦੇ ਆ। ਫਿਰ ਲਾਲਚ ਪੈ ਜਾਂਦੇ ਵੀ ਭਾਈ ਕੋਈ ਐਸੀ ਵੈਸੀ ਗੱਲ ਹੋਈ ਤਾਂ ਭੜਕਾ ਦਿਓ, ਅਸੀਂ ਹੈਗੇ ਆ ਤੁਹਾਡੇ ਮਗਰ। ਤੇ ਉਹ ਜਦੋਂ ਦੇਖਦੇ ਬਾਬੂ ਜੀ, ਸਰਦਾਰ ਜੀ, ਯਾਰ ਇਹਦੇ ਕੋਲ ਤਾਂ ਐਡੇ ਗਨਮੈਨ, ਇਹਦੇ ਕੋਲ ਵੱਡੇ ਵੱਡੇ ਬੰਦੇ ਆ ਕੇ ਪੈਰੀਂ ਹੱਥ ਲਾਉਂਦੇ ਆ, ਵਜ਼ੀਰ ਵੀ ਆ ਜਾਂਦੇ ਆ, ਮੁੱਖ ਮੰਤਰੀ ਵੀ ਟੈਲੀਫੋਨ ਕਰ ਲੈਂਦੇ ਆ। ਉਹਨਾਂ ਦੇ ਉੱਤੇ ਕੋਈ ਜਿਹੜੀ ਇੱਕ ਜਾਲੀ ਜੀ ਉਹਨਾਂ ਨੂੰ ਜਿਹੜੀ ਟੌਰ ਫੌਰ ਹੁੰਦੀ ਆ, ਉਹ ਦਿਖਾ ਕੇ ਉਹਨਾਂ ਦਾ ਜਿਹੜਾ ਜਿਵੇਂ ਕਹਿੰਦੇ ਨੇ ਹਿਰਦੇ ਪਰਿਵਰਤਨ ਨਹੀਂ, ਉਹਨਾਂ ਦਾ ਮਾਈਂਡ ਪਰਿਵਰਤਿਤ ਕਰ ਦਿੰਦੇ ਵੀ ਇਹ ਕੁਛ ਹੁੰਦਾ ਹੈ। ਇਹ ਕਿਸੇ ਵੀ ਤੁਸੀਂ ਸੂਬੇ ਦੇ ਵਿੱਚ ਦੇਖ ਲਓ, ਹਰ ਥਾਂ ਦੇ ਉੱਤੇ ਇਹ ਹੋਇਆ। ਤੁਹਾਡੇ ਯਾਦ ਹੋਣਾ ਹੈ ਇੱਕ ਵਾਰੀ ਇੱਕ ਜਿਹੜਾ ਹੈਗਾ ਇੰਜੀਨੀਅਰ ਨੂੰ ਵੀ ਮਾਰ ਦਿੱਤਾ ਸੀ। ਪੈਟਰੋਲ ਪੰਪਾਂ ਦਾ ਉਹ ਇੰਜੀਨੀਅਰ ਸੀ, ਉਹ ਪੈਟਰੋਲ ਪੰਪਾਂ ਦੀ ਜਿਹੜੀ ਚੋਰੀ ਹੁੰਦੀ ਉਹਨੂੰ ਮਾਰਤਾ ਸੀ। ਉਹਨੇ ਜੋ ਚੋਰੀ ਫੜੀ ਸੀ ਉਹਨੂੰ ਮਾਰਤਾ ਸੀ। ਫਿਰ ਤੁਹਾਡੇ ਯਾਦ ਹੋਣਾ ਪੰਜਾਬ ਦੇ ਵਿੱਚ ਇਹ ਵੀ ਚਰਚਾ ਵੀ ਇੱਕ ਰਾਈਸ ਮਿੱਲ ਵਾਲਿਆਂ ਨੇ ਕੀ ਕਹਿੰਦੇ ਆਪਦੀ ਭੱਠੀ ਜੀ ਐਕਸਾਈਜ਼ ਵਾਲੇ ਸਿੱਟੇ ਤੇ ਸੀ, ਕਹਿੰਦੇ ਚੱਕੇ ਮਾਰੇ ਸੀ, ਪਤਾ ਹੀ ਲੱਗਿਆ ਸੀ। ਬਿਲਕੁਲ ਸਾਡੇ ਸਾਹਮਣੇ ਗੱਲ ਆ, ਸਾਡੇ ਸਮਿਆਂ ਦੀ ਗੱਲ ਆ। ਮਾਈਨਿੰਗ ਹੋ ਰਹੀ ਸੀਗੀ ਤੁਹਾਡੀ ਉਹ ਪਰਲੇ ਪਾਸੇ ਪਠਾਨਕੋਟ ਦੇ ਏਰੀਏ 'ਚ, ਤੇ ਜਲੰਧਰ ਦੇ ਨਾਲ ਪਰਲੇ ਪਾਸੇ ਲੱਗਿਆ ਹੋਇਆ। ਜਲੰਧਰ ਦਾ ਵੀ ਜਿਹੜਾ ਜਿਹਨੂੰ ਆਪਾਂ ਮੰਡ ਦਾ ਇਲਾਕਾ ਕਹਿ ਦਿੰਦੇ, ਉੱਥੇ ਵੀ ਮਾਈਨਿੰਗ ਹੁੰਦੀ ਸੀ। ਔਰ ਉਹਨਾਂ ਦਿਨਾਂ ਦੇ ਵਿੱਚ ਬੜਾ ਹੋਣਹਾਰ ਪੱਤਰਕਾਰ ਹੁੰਦਾ ਸੀ। ਆਪਣੇ ਨਾਲ ਵਿਚਾਰੇ ਦੀ ਲਾਸਟ ਮਿਲਣੀ ਹੋਈ ਸੀ ਰਵਿੰਦਰ ਵਾਸੂਦੇਵਾ ਦੇ ਵਿਆਹ ਤੇ ਜਸਦੀਪ ਮਲਹੋਤਰਾ। ਜਸਦੀਪ ਮਲਹੋਤਰੇ ਨੇ ਉਹਦੇ ਧਿਆਨ ਦੇ ਵਿੱਚ ਆ ਗਈ, ਉਹ ਲਗਾਤਾਰ ਸਟੋਰੀਆਂ ਕਰ ਰਿਹਾ ਸੀ। ਉਹ ਜਿਹੜਾ ਉਸ ਵੇਲੇ ਉੱਥੇ SSP ਲੱਗਿਆ ਹੋਇਆ ਸੀ, ਤੇ SSP ਨੇ ਕਿਹਾ ਵੀ ਹਾਂਜੀ ਕਾਲੀਆ ਜੀ, SK ਕਾਲੀਆ ਸੀ ਮੇਰੇ ਖਿਆਲ। ਹਾਂ, ਉਹ ਕਹਿੰਦੇ ਕਾਲੀਆ ਜੀ ਨੇ ਕਿਤੇ ਉਹਨਾਂ ਨੂੰ ਫੋਨ ਕਰ ਲਿਆ ਵੀ ਤੁਸੀਂ ਉਹ ਕਹਿੰਦਾ ਜੀ ਹੋ ਹੀ ਜਾਂਦੀ ਹੈ। ਕਹਿੰਦਾ ਚੱਲ ਆਪਾਂ ਦੇਖ ਹੀ ਲੈਂਦੇ ਹਾਂ। ਆਪਦੀ ਗੱਡੀ ਛੱਡ ਕੇ ਮਲਹੋਤਰਾ ਉਹਦੀ ਗੱਡੀ 'ਚ ਬਹਿ ਗਿਆ ਸੀ SP ਦੀ 'ਚ। ਉਹਨਾਂ ਦਾ ਜਿਹੜਾ ਸੀ ਲੈਂਡਸਮੈਨ, ਉਹਦਾ ਨਾਮ ਮੇਰਾ ਖਿਆਲ ਪ੍ਰਦੀਪ ਪੰਡਤ ਸੀ। ਪ੍ਰਦੀਪ ਪੰਡਤ ਦੂਜੀ ਗੱਡੀ 'ਚ ਰਹਿ ਗਿਆ, ਹਿੰਦੁਸਤਾਨ ਟਾਈਮਜ਼ ਵਾਲੀ 'ਚ। ਜਦੋਂ ਜਾ ਰਹੇ ਸੀ ਤੇ ਰਾਹ ਦੇ ਵਿੱਚ ਟੱਕਰ ਮਾਰੀ ਸੀ। ਮਲਹੋਤਰਾ ਤਾਂ ਵਿਚਾਰਾ ਮੌਕੇ ਤੇ ਹੀ ਮਰ ਗਿਆ ਸੀ। ਬਿਲਕੁਲ, ਤੇ ਹਜੇ ਕਾਲੀਆ ਵਿਚਾਰਾ ਹਜੇ
ਨਸ਼ਾ ਪਲੂਸੀ ਆ। ਕਾਲੀਆ ਜੀ ਨੂੰ ਮੈਂ ਦੇਖਿਆ, ਮੈਂ ਕਾਲੀਆ ਜੀ ਨੂੰ ਪੁਲਿਸ ਹੈਡਕੁਆਟਰ ਦੇ ਵਿੱਚ ਕਿਸੇ ਪੁਲਿਸ ਅਫਸਰ ਕੋਲੇ ਬੈਠਾ ਸੀ, ਉਸ ਵੇਲੇ ਵੀ ਉਹ ਠੀਕ ਨਹੀਂ ਸੀਗੇ। ਮਤਲਬ ਭਾਵੇਂ ਠੀਕ ਹੈ ਨੌਕਰੀ ਦੇ ਵਿੱਚ ਉਹਨਾਂ ਨੂੰ ਰੱਖਿਆ ਸੀ ਸਰਕਾਰ ਨੇ ਕਿ ਬੰਦੇ ਨੇ ਚਲੋ ਆਪਣੇ ਆਪ ਨੂੰ ਇੱਕ ਲੜਾਈ ਦੇ ਵਿੱਚ ਹੀ ਪਾਇਆ ਸੀ, ਪਰ ਫਿਰ ਵੀ ਮਤਲਬ ਸੀ ਉਦੋਂ ਵੀ ਇਹ ਕੁਛ ਹੋਇਆ ਸੀ। ਹੁਣ ਜਿਹੜਾ ਕੁਛ ਹਰਿਆਣੇ ਦੇ ਵਿੱਚ ਹੋਇਆ, ਜੇ ਆਪਾਂ ਹਰਿਆਣੇ ਨੂੰ ਤੇ ਪੰਜਾਬ ਨੂੰ ਅਲੱਗ-ਅਲੱਗ ਕਰਕੇ ਨਹੀਂ ਦੇਖ ਸਕਦੇ। ਵੱਡੀ ਗੱਲ ਇਹ ਹੈ, ਤੁਸੀਂ ਦੇਖਿਆ ਹੋਣਾ ਪਿਛਲੇ ਦਿਨਾਂ ਦੇ ਵਿੱਚ ਇੱਕ ਗੱਲ ਸਾਹਮਣੇ ਆਈ ਸੀ ਕਿ ਜਿਹੜੇ ਗੈਂਗਸਟਰ ਹੈ ਉਹ ਪੰਜਾਬ, ਹਰਿਆਣਾ, ਰਾਜਸਥਾਨ ਦੇ ਵਿੱਚ ਸਾਂਝਾ ਇਹਨਾਂ ਦਾ ਇੱਕ ਗੱਠਜੋੜ ਬਣਿਆ ਹੋਇਆ ਹੈ। ਬਣ ਗਿਆ, ਹਾਂਜੀ ਹਾਂ। ਜੇ ਪੰਜਾਬ ਦੇ ਵਾਰਦਾਤ ਕਰਦੇ ਆ ਤਾਂ ਉਹ ਜਾ ਕੇ ਲੁਕ ਜਾਂਦੇ ਆ ਹਰਿਆਣੇ 'ਚ, ਰਾਜਸਥਾਨ 'ਚ ਲੁਕ ਜਾਂਦੇ ਆ, ਰਾਜਸਥਾਨ ਵਾਲੇ ਇੱਧਰ ਆ ਜਾਂਦੇ ਆ। ਪੰਜਾਬ ਦੇ ਵਿੱਚ ਕਿੰਨੇ ਬੰਦੇ ਨੇ ਤਾਂ ਤੁਸੀਂ ਤੇ ਮੈਂ ਵੀ ਜਾਣਦੇ ਆ ਆਪਾਂ, ਜਿਨ੍ਹਾਂ ਦੇ ਕੋਲੇ ਬਾਹਰਲੇ ਬੰਦੇ ਆ। ਠੀਕ ਹੈ ਨਾ। ਇਸੇ ਤਰੀਕੇ ਦੇ ਨਾਲ ਉਹ ਫਿਰ ਜਿਹੜੇ ਇੱਕ ਦੂਜੇ ਦੇ ਨਾਲ ਤਜਰਬੇ ਸਾਂਝੇ ਕਰਦੇ ਵੀ ਸਾਡੇ ਆ ਕੁਛ ਹੁੰਦਾ ਤੇ ਸਾਡਾ ਇਹ ਕੁਛ ਹੁੰਦਾ ਹੈ। ਅਸਲ ਦੇ ਵਿੱਚ ਨੂਹ ਦੇ ਕੋਲੇ ਅਰਾਵਲੀ ਪਹਾੜੀਆਂ ਦੀ ਇੱਕ ਇਨਫੋਰਮੇਸ਼ਨ ਮਿਲ ਗਈ ਜੀ। ਸੁਰਿੰਦਰ ਸਿੰਘ ਡੀਐਸਪੀ ਲੱਗਿਆ ਹੋਇਆ ਸੀ, ਉਹ ਵਿਚਾਰੇ ਨੇ ਅਕਤੂਬਰ ਦੇ ਵਿੱਚ 31 ਅਕਤੂਬਰ ਨੂੰ ਰਿਟਾਇਰ ਹੋ ਜਾਣਾ ਸੀ। ਇਨਫੋਰਮੇਸ਼ਨ ਮਿਲ ਗਈ ਜੀ ਉੱਥੇ ਮਾਈਨਿੰਗ ਹੋ ਰਹੀ ਹੈ, ਔਰ ਉਹ ਮਾਈਨਿੰਗ ਰੇਤੇ ਦੀ ਨਹੀਂ ਹੁੰਦੀ ਸੀ ਜਿਵੇਂ ਆਪਣੇ ਹੁੰਦੀ ਹੈ, ਉਹ ਪੱਥਰ ਦੀ ਮਾਈਨਿੰਗ ਹੁੰਦੀ ਸੀ। 3 ਮਹੀਨੇ ਦੀ ਰਿਟਾਇਰਮੈਂਟ ਦੇ ਵਿੱਚ ਰਹਿੰਦੇ ਸੀ, ਲੇਕਿਨ ਆਪਾਂ ਨੂੰ ਕਹਾਂਗੇ ਇੱਕ ਜਾਂਬਾਜ਼ ਅਫਸਰ ਸੀ। ਨਹੀਂ ਤਾਂ ਅਗਲਾ ਕਹਿੰਦਾ ਛੁੱਟੀ ਲੈ ਕੇ ਬਹਿ ਜਾਓ ਯਾਰ, ਆਪਾਂ ਕਾਹਨੂੰ ਫਸਲ ਪੱਕੀ ਪਈ ਹੈ, ਕਾਹਨੂੰ ਨੁਕਸਾਨ ਕਰਾਉਣਾ ਹੈ। ਉਹਨੇ ਕਿਹਾ ਵਰਦੀ ਪਾਈ ਹੈ ਤੇ ਆਪਾਂ ਵਰਦੀ ਦੀ ਲਾਜ ਰੱਖਣੀ ਹੈ, ਤੇ ਉਹ ਆਪਦੇ ਸਟਾਫ ਨੂੰ ਨਾਲ ਲੈ ਕੇ ਚਲਾ ਗਿਆ। ਚੈਕਿੰਗ ਕਰ ਰਹੇ ਆ, ਇੱਕ ਸਾਈਡ ਦੇ ਉੱਤੇ ਖੜਾ ਉਹ, ਜਦੋਂ ਦੇਖਿਆ ਵੀ ਡੀਐਸਪੀ ਖੜੋਤਾ ਤੇ ਉਹ ਨਾਲ ਦੀ ਨਾਲ ਹੀ ਜਿਵੇਂ ਇਸ਼ਾਰਾ ਹੁੰਦਾ ਗਰੀਬ ਬੰਦਿਆਂ ਨੂੰ, ਉਹਨਾਂ ਨੇ ਵੀ ਉਹਦੇ ਉੱਤੇ ਜਾ ਕੇ ਜਿਹੜਾ ਸੀ ਉਹਨਾਂ ਦਾ ਉਹ ਡੰਪਰ ਉੱਪਰ ਚੜਾਤਾ। ਪਹਿਲਾਂ ਟੱਕਰ ਮਾਰੀ, ਫਿਰ ਉਹਨੂੰ ਕੁਚਲਤਾ। ਡੈਡ ਬੋਡੀ ਦੀ ਵੀ ਬੁਰੀ ਹਾਲਤ ਹੋ ਗਈ ਕੁਚਲ ਤੋਂ ਬਾਅਦ, ਤੇ ਆਉ ਗਏ ਕਿਉਂਕਿ ਹੁਣ ਇੱਕ ਡੀਐਸਪੀ ਹੈ, ਵਰਦੀ ਧਾਰੀ ਹੈ, ਗਸਟਡ ਅਫਸਰ ਹੈ, ਉਹਦਾ ਕਤਲ ਹੋ ਗਿਆ। ਇਹ ਜਿਹੜੀ ਖਬਰ ਹੈ ਜੰਗਲ ਦੀ ਅੱਗ ਵਾਂਗੂ ਫੈਲ ਗਈ। ਫਿਰ ਜਿਹੜੇ ਰਾਜਸਥਾਨ ਤੁਹਾਡੇ ਮੁੱਖ ਮੰਤਰੀ ਹੈ ਹਰਿਆਣੇ ਦੇ ਮਨੋਹਰ ਲਾਲ ਖੱਟਰ, ਗ੍ਰਹਿ ਮੰਤਰੀ ਆ ਅਨਿਲ ਵਿਜ ਹੋਰੀ, ਡੀਜੀਪੀ ਇਹਨਾਂ ਸਾਰਿਆਂ ਵਾਸਤੇ ਮਤਲਬ ਇੱਕ ਵਕਾਰ ਦਾ ਸਵਾਲ ਬਣ ਗਿਆ। ਉਹਨਾਂ ਨੇ ਕਿਹਾ ਜੋ ਮਰਜ਼ੀ ਹੋਵੇ, ਤੀਹੋ ਕਾਲ ਕੁਛ ਵੀ ਹੋਵੇ, ਤੇ ਬੰਦਾ ਇਹਨਾਂ ਨੂੰ ਕਾਬੂ ਕਰੋ। ਪਿੱਛਾ ਸ਼ੁਰੂ ਕੀਤਾ, ਵੱਖ-ਵੱਖ ਥਾਵਾਂ ਤੇ ਕੀਤਾ, ਤੇ ਫਿਰ ਇੱਕ ਥਾਂ ਦੇ ਉੱਤੇ ਥੋੜਾ ਜਿਹਾ ਉਹਨਾਂ ਦਾ ਜਦੋਂ ਵਿਰੋਧ ਹੋਇਆ, ਪੁਲਿਸ ਨੇ ਗੋਲੀ ਚਲਾਤੀ, ਕੰਡਕਟਰ ਦੇ ਗੋਲੀ ਲੱਤ 'ਚ ਵੱਜ ਗਈ ਸੀ। ਕੰਡਕਟਰ ਉਹਨਾਂ ਨੇ ਗ੍ਰਿਫਤਾਰ ਕਰ ਲਿਆ, ਤੇ ਮੇਰੇ ਖਿਆਲ ਮੁਤਾਬਕ ਹੁਣ ਤੱਕ ਡਰਾਈਵਰ ਵੀ ਗ੍ਰਿਫਤਾਰ ਕਰ ਲਿਆ ਹੋਣੇ। ਔਰ ਸੁਰਿੰਦਰ ਹੋਣਾ ਨੂੰ ਜਿਹੜਾ ਹੈਗਾ ਉਹਨਾਂ ਦਾ ਪੋਸਟਮਾਰਟਮ ਕਰਵਾ ਲਿਆ ਸੀ। ਸੰਸਕਾਰ ਉਹਨਾਂ ਦਾ ਜਿਹੜਾ ਹੋਣਾ ਹੈ, ਉਹ ਸੰਸਕਾਰ ਉਹਨਾਂ ਨੇ ਕਹਿ ਦਿੱਤਾ ਜੀ ਉਹਦਾ ਬੇਟਾ ਵਿਦੇਸ਼ ਦੇ ਵਿੱਚ ਹੈ, ਜਦੋਂ ਵਾਪਸ ਆਊਗਾ ਤੇ ਉੱਥੇ ਕਰਾਵਾਂਗੇ। ਹਿਸਾਰ ਜ਼ਿਲ੍ਹੇ ਦੇ ਵਿੱਚ ਉਹਨਾਂ ਦਾ ਪਿੰਡ ਹੈ ਜੀ। ਵੱਡੀ ਗੱਲ ਹੈ ਜਿਹੜੀ ਆਪਾਂ ਨੂੰ ਤਸੱਲੀ ਵਾਲੀ ਗੱਲ ਹੈ, ਖੁਸ਼ੀ ਤਾਂ ਕਹਿ ਨਹੀਂ ਸਕਦੇ ਕਿਸੇ ਦੀ ਮੌਤ ਦੇ ਉੱਤੇ ਖੁਸ਼ੀ ਕਾਹਦੀ ਹੁੰਦੀ। ਤਸੱਲੀ ਵਾਲੀ ਗੱਲ ਇਹ ਹੈ ਕਿ ਹਰਿਆਣੇ ਦੀ ਸਰਕਾਰ ਨੇ 1 ਕਰੋੜ ਰੁਪਈਆ ਜਿਹੜਾ ਮੁਆਵਜ਼ਾ ਦੇਣ ਦਾ ਐਲਾਨ ਕਰਤਾ ਜੀ। ਡੀਐਸਪੀ ਦੇ ਪਰਿਵਾਰ ਨੂੰ 1 ਕਰੋੜ ਰੁਪਈਆ ਮੁਆਵਜ਼ਾ ਦਿੱਤਾ ਜਾਊਗਾ, ਤੇ ਪਰਿਵਾਰ ਦੇ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਊਗੀ। ਉਹ ਨੌਕਰੀ ਹੁਣ ਕੀ ਦੇਣੀ ਹੈ, ਕਈ ਵਾਰੀ ਤਾਂ ਇਹ ਹੁੰਦੀ ਹੈ ਵੀ ਬੰਦਾ ਗਸਟਡ ਪੋਸਟ ਦੇ ਉੱਤੇ ਹੁੰਦੇ ਤੇ ਬਾਅਦ ਦੇ ਵਿੱਚ ਸਰਕਾਰਾਂ ਕਹਿ ਦਿੰਦੀਆਂ ਜੀ ਕਲਰਕ ਲੱਗ ਜਾਓ, ਚਪੜਾਸੀ ਲੱਗ ਜਾਓ। ਮੇਰੇ ਖਿਆਲ ਮੁਤਾਬਕ ਇਹ ਚਾਹੀਦਾ ਕਿ ਜਿਸ ਰੈਂਕ ਦੇ ਉੱਤੇ ਬੰਦਾ ਕੰਮ ਕਰਦਾ ਮਰਿਆ ਹੋਇਆ ਹੈ, ਜੇ ਹੋਰਾਂ ਲੋਕਾਂ ਨੂੰ ਵੀ ਤੁਸੀਂ ਉਤਸ਼ਾਹਿਤ ਕਰਨਾ ਕਿ ਉਹ ਲੜਾਈ ਲੜਨ, ਉਹੀ ਰੈਂਕ ਦੇਣਾ ਚਾਹੀਦਾ ਪਰਿਵਾਰਕ ਮੈਂਬਰ ਨੂੰ ਵੀ, ਤਾਂ ਕਿ ਜਿਹੜੇ ਸਰਵਿਸ ਦੇ ਵਿੱਚ ਹੋਰ ਬੰਦੇ ਆ ਉਹ ਵੀ ਕੰਮ ਕਰਨ। ਡਿਟੇਲਡ ਖਬਰ ਵੈਸੇ ਆਪਣੇ ਕੋਲੇ ਆ ਜਾਣੀ ਹੈ, ਤੇ ਮੈਨੂੰ ਇਹ ਪਤਾ ਲੱਗਿਆ ਅੱਜ ਵੀ ਗੱਲ ਜਿਹੜੀ ਹੈਗੀ ਹੈ, ਜਿਨ੍ਹਾਂ ਨੇ ਸਿੱਧੂ ਮੂਸੇਵਾਲਾ ਕਤਲ ਕੀਤਾ ਸੀ ਜੀ, ਉਹਨਾਂ ਨੂੰ ਵੀ ਜਿਹੜਾ ਹੈਗਾ ਜੀ ਮਤਲਬ ਜਿਹੜਾ ਹੈਗਾ ਇਸ ਵੇਲੇ ਮੁਕਾਬਲਾ ਹੋ ਰਿਹਾ, ਬੜਾ ਜ਼ਬਰਦਸਤ ਮੁਕਾਬਲਾ ਚੱਲੀ ਜਾਂਦਾ ਹੈ ਪੰਜਾਬ 'ਚ ਜੀ, ਭਕਨਾ ਕਲਾਂ ਪਿੰਡ ਦੇ ਵਿੱਚ। ਤੇ ਜੀ ਹਾਂ, ਭਕਨਾ ਕਲਾਂ ਪਿੰਡ ਆ ਜੀ, ਅੰਮ੍ਰਿਤਸਰ ਜ਼ਿਲ੍ਹੇ 'ਚ। ਅੱਛਾ ਠੀਕ ਹੈ। ਇੱਕ ਬੰਦਾ ਮਾਰਿਆ ਜਾ ਚੁੱਕਾ ਹੈ ਜੀ, 2-3 ਗੈਂਗਸਟਰ ਹੈ, ਤੇ AK-47 ਦੀਆਂ ਗੋਲੀਆਂ ਭਰਾ ਰਹੇ ਅੰਦਰੋਂ ਮੀਂਹ ਵਾਂਗੂ। ਹਾਂ ਹੁਣ ਤੱਕ ਜਿਹੜੀ ਹੁਣ ਤੱਕ ਦੀ ਇਨਫੋਰਮੇਸ਼ਨ ਇਹ ਹੈ, ਬਾਕੀ ਤਾਂ ਕਿਉਂਕਿ ਉੱਥੋਂ ਦੇ ਆਪਣੇ ਜਿਹੜੇ ਹੈਗੇ ਆਪਣੇ ਸਹਿਯੋਗੀ ਸ਼ਾਇਦ ਪੱਟੀ ਸਾਹਿਬ ਦੱਸਣ ਜਾਂ ਕੋਈ ਹੋਰ ਦੱਸਣ, ਹੁਣ ਤੱਕ ਜਿਹੜੀ ਇਨਫੋਰਮੇਸ਼ਨ ਮਿਲੀ ਹੈ 2-3 ਹਜ਼ਾਰ ਗੋਲੀ ਹੈ ਜਿਹੜੀ ਉਹ ਚੱਲ ਚੁੱਕੀ ਹੈ। ਅੱਛਾ, ਐਡਾ ਤਗੜਾ ਦਾ ਪੁਰਾਣਾ ਯਾਦ ਕਰਾਤਾ ਉਹਨਾਂ ਨੇ ਕੰਮ ਸਾਰਾ। ਉਹ ਪੁਰਾਣੇ ਯਾਦ ਵਾਲੀ ਗੱਲ ਹੈ ਨਾ, ਮਤਲਬ ਜਿਹੜੀ ਕਿਉਂਕਿ ਇਹ ਤੋਂ ਪਹਿਲਾਂ ਤੁਹਾਡੀ ਯਾਦ ਹੋਣਾ ਇੱਕ ਡੇਰਾ ਬੱਸੀ ਕੋਲੇ ਵੀ ਹੋਇਆ ਸੀ, ਉੱਥੇ ਵੀ ਲੁੱਟਣ ਆ ਗਏ ਸੀ। ਉੱਥੇ ਵੀ ਮਤਲਬ ਹੌਸਲੇ ਇੰਨੇ ਵਧੇ ਪਏ ਆ, ਜਿਹੜੇ ਮਾਫੀਆ ਲਾ ਲਓ, ਗੈਂਗਸਟਰ ਲਾ ਲਓ, ਇਹ ਸਾਰਿਆਂ ਦੇ ਇਹਨਾਂ ਦੇ ਹੌਸਲੇ ਇੰਨੇ ਵਧੇ ਪਏ ਆ, ਤੇ ਜੇ ਇਹਨਾਂ ਦਾ ਮੁਕਾਬਲਾ ਕਰਨਾ ਹੈ ਤਾਂ ਫਿਰ ਤੁਹਾਨੂੰ ਫੋਰਸ ਨੂੰ ਵੀ ਤਿਆਰ ਕਰਨਾ ਪੈਣਾ। ਅਸੀਂ ਐਂ ਨਹੀਂ ਕਹਾਂਗੇ ਫੋਰਸ ਪਹਿਲਾਂ ਵਾਂਗੂ ਕਰ ਦਿਓ ਵੀ ਜਿਵੇਂ ਉਹ ਹੁੰਦੇ ਸੀਗੇ ਪੁਰਾਣੇ ਜ਼ਮਾਨਿਆਂ ਦੇ ਵਿੱਚ, ਵੀ ਮੇਰੇ ਵਰਗੇ ਨੇ ਤਰੱਕੀਆਂ ਲੈਣੀਆਂ ਹੁੰਦੀਆਂ ਸੀ, ਆ ਜਿਹੜੇ ਪ੍ਰਵਾਸੀ ਮਜ਼ਦੂਰ ਆਏ ਹੁੰਦੇ ਸੀ
ਉਹਨੂੰ ਫੜ ਕੇ ਇਹਨਾਂ ਨੂੰ ਮਾਰ ਦਿਓ। ਨਾ ਜੀ ਫੜ ਕੇ ਥਾਣੇ ਬਹਾ ਲੈਂਦੇ, ਮਹੀਨਾ ਕੁ ਬੈਠੇ ਹੁੰਦੇ, ਜਦੋਂ ਮਹੀਨੇ ਕੁ ਮਗਰ ਉਹਨਾਂ ਦੇ ਬਾਲ ਵੱਜ ਜਾਂਦੇ, ਜੂੜੀ ਜੀ ਬਣ ਜਾਂਦੇ, ਉਹ ਕਹਿੰਦੇ ਜੀ ਇਹ ਸਿੱਖ ਕਾਰਕੂ ਸੀ, ਉਹ ਮਾਰ ਮਾਰ ਕੇ ਚੱਕੀਆਂ ਲਈ ਜਾਂਦੇ ਸੀ। ਉਹਦੀ ਲੋੜ ਨਹੀਂ ਹੈਗੀ। ਲੋੜ ਆ ਤੁਸੀਂ ਫੋਰਸ ਨੂੰ ਜਿਹੜੀ ਹੈਗੀ ਹੈ, ਫੋਰਸ ਨੂੰ ਇੰਨਾ ਕਿ ਤੁਸੀਂ ਹੌਸਲਾ ਦੇ ਦਿਓ ਕਿ ਜੇ ਕੋਈ ਡੀਐਸਪੀ ਹੈ, ਇੰਸਪੈਕਟਰ ਹੈ ਜਾਂ ਐਸਪੀ, ਅਗਲਾ ਇਹ ਕਵੇ ਕਿ ਜੇ ਮੈਂ ਮਰੂੰਗਾ ਤਾਂ ਮੇਰੇ ਮੁੰਡੇ ਨੂੰ ਵੀ ਲਾ ਦੇਣਗੇ ਹੀ ਇਸੇ ਨੌਕਰੀ ਤੇ, ਤਾਂ ਫੋਰਸ ਲੜੂਗੀ, ਜਾ ਕੇ ਐਵੇਂ ਨਹੀਂ ਲੜ ਸਕਦੀ। ਇਹ ਇਸ ਕਰਕੇ ਮਤਲਬ ਹੈ ਜਿਹੜਾ ਇਹ ਚਾਹੀਦਾ ਵੀ ਕਿ ਉਸ ਜਿੱਥੇ ਬੰਦਾ ਕੰਮ ਕਰਦਾ ਜਿਹੜਾ ਸ਼ਹੀਦ ਹੁੰਦਾ, ਉਸੇ ਦੇ ਬਰਾਬਰ ਦਾ ਉਹਨੂੰ ਜਿਹੜਾ ਹੈਗਾ ਉਹ ਰੁਤਬਾ ਦਿੱਤਾ ਜਾਵੇ। ਜੇ ਠੀਕ ਹੈ ਕੋਈ ਨਹੀਂ ਆਉਂਦਾ ਵੀ ਉਹਨੇ ਪੁਲਿਸ ਦੇ ਵਿੱਚ ਨਹੀਂ ਆਉਣਾ, ਉਹਨੂੰ ਸਿਵਲ 'ਚ ਦੇ ਦਿਓ, ਸਿਵਲ ਦੇ ਵਿੱਚ ਗੈਜ਼ਟਡ ਪੋਸਟ ਦਿੱਤੀ ਜਾਵੇ ਜੀ। ਤੇ ਉਧਰ ਕੱਚੇ ਮੁਲਾਜ਼ਮਾਂ ਨੂੰ ਪੱਕਿਆਂ ਦੇ ਅਸਾਰ ਵਧੇ ਨੇ ਜੀ ਕੁਝ? ਹਾਂਜੀ, ਕੱਚੇ ਮੁਲਾਜ਼ਮਾਂ ਨੂੰ ਅਸਾਰ ਵਧੇ ਇਸ ਕਰਕੇ ਹੈ ਕਿ ਕੱਲ ਮੀਟਿੰਗ ਹੋਈ ਸੀ। ਕੱਲ ਵਾਲੀ ਮੀਟਿੰਗ ਦੇ ਵਿੱਚ ਉਹਨਾਂ ਨੇ ਜੋ ਵੇਰਵੇ ਮੰਗੇ ਸੀ, ਡਾਟਾ ਮੰਗਿਆ ਸੀ ਸਾਰਾ, 3 ਮੈਂਬਰੀ ਕਮੇਟੀ ਨੇ ਕਿ ਲਿਆਓ ਭਾਈ ਤੁਹਾਡੇ ਕੋਲੇ ਕਿਹੋ ਜਿਹੇ ਬੰਦੇ ਆ ਤੇ ਉਹਨਾਂ ਦਾ ਲਿਆ ਕੇ ਸਾਨੂੰ ਦਿਓ। ਹੈਰਾਨੀ ਇਸ ਗੱਲ ਦੀ ਹੈ ਕਿ ਬਿਊਰੋਕ੍ਰੇਸੀ ਜਾਂ ਜਿਹੜੀ ਲਾਲ ਫੀਤਾਸ਼ਾਹੀ ਕਹਿ ਦਈਏ ਜਾਂ ਜਿਹੜੀ ਸਰਕਾਰੀ ਮਸ਼ੀਨਰੀ ਹੈ, ਉਹ ਸਰਕਾਰਾਂ ਦੇ ਰਾਹ ਦੇ ਵਿੱਚ ਅੜਕੇ ਪੈਦਾ ਕਿਵੇਂ ਕਰਦੀ ਹੈ। ਜਿਹੜਾ ਡਾਟਾ ਵੇਰਵੇ ਚਾਹੀਦੇ ਸੀ, ਸਾਰੇ ਮਹਿਕਮੇ ਵੱਲੋਂ ਵੇਰਵੇ ਮਿਲੇ ਹੀ ਨਹੀਂ, ਤੇ ਜਦੋਂ ਵੇਰਵੇ ਨਹੀਂ ਮਿਲੇ ਤਾਂ ਫਿਰ ਉਹ ਹੁਣ ਕਰਨ ਤਾਂ ਕਰਨ ਕੀ। ਕੱਲ ਫਿਰ ਬੜੀ ਸਖਤੀ ਦਿਖਾਈ ਤੇ ਉਹਨਾਂ ਨੇ ਪੂਰੀ ਡਾਂਟ ਡਪਟ ਲਾਈ ਮਹਿਕਮੇ ਨੂੰ, ਔਰ ਚੀਫ ਸੈਕਟਰੀ ਨੂੰ ਕਿਹਾ ਕਿ ਉਹਨਾਂ ਨੂੰ ਹੁਕਮ ਕਰ ਦਿਓ, ਤੇ ਇਹ ਹੁਕਮ ਕਰਤਾ ਕਿ ਅੱਜ ਦੇ ਦਿਨ ਉਹਨਾਂ ਨੇ ਮੰਗਵਾ ਲਏ ਕਿ ਸਾਰੇ ਵੇਰਵੇ ਜਿਹੜੇ ਹੈਗੇ ਆ ਮੁੱਖ ਮੰਤਰੀ ਆਫਿਸ ਪਹੁੰਚਣੇ ਚਾਹੀਦੇ ਹੈ। ਫਿਰ ਮੁੱਖ ਮੰਤਰੀ ਦੇ ਆਫਿਸ ਦੇ ਵਿੱਚੋਂ ਲੈ ਕੇ ਤੇ ਦੁਬਾਰਾ ਉਹਨਾਂ ਨੇ ਫਿਰ ਬੈਠ ਗੱਲ ਕਰਨੀ ਹੈ। ਜੋ ਮੇਰੇ ਕੋਲ ਇਨਫੋਰਮੇਸ਼ਨ ਪਹੁੰਚੀ ਹੈ ਦਾਨੇਵਾਲੀਆ ਸਾਹਿਬ, ਉਹ ਇਹ ਹੈ ਕਿ ਆਊਟਸੋਰਸ ਵਾਲੇ ਜਿਹੜੇ ਮੁਲਾਜ਼ਮ ਹੈ ਇਹਨਾਂ ਦੀ ਸ਼ਾਇਦ ਅਜੇ ਵਾਰੀ ਨਾ ਹੋਵੇ, ਕਿਉਂਕਿ ਇੱਕ ਸੁਪਰੀਮ ਕੋਰਟ ਦਾ ਕਿਸੇ ਕੰਪਨੀ ਦੇ ਹੋਗੇ ਨਾ ਉਹ ਤਾਂ ਮੁਲਾਜ਼ਮ। ਹਾਂਜੀ, ਉਹ ਤਾਂ ਤੀਜੇ ਬੰਦੇ ਹੁਣ ਜਿਹੜੇ, ਕਿਉਂਕਿ ਜਿਹੜੀ ਉਹ ਓਮਾ ਦੇਵੀ ਵਾਲੀ ਇੱਕ ਜੱਜਮੈਂਟ ਹੈ ਨਾ ਸੁਪਰੀਮ ਕੋਰਟ ਵਾਲੀ, ਉਹ ਬੜੇ ਡਿੱਕਾ ਪਾਉਂਦੀ ਹੈ। ਉਹਦੇ ਵਿੱਚ ਉਹ ਜੱਜਮੈਂਟ ਦੇ ਵਿੱਚ ਲਿਖਿਆ ਹੋਇਆ ਵੀ ਆਮ ਤੌਰ ਤੇ ਹੁੰਦਾ ਕੀ ਹੈ ਕਿ ਜਿਹਨਾਂ ਦੀ ਰਾਜ ਭਾਗ ਹੁੰਦਾ, ਹਕੂਮਤ ਵਾਲੀ ਪਾਰਟੀ ਹੁੰਦੀ ਹੈ, ਉਹ ਆਪਦੇ ਹਮਾਇਤੀਆਂ ਨੂੰ ਚੋਰ ਦਰਵਾਜ਼ਿਓਂ ਭਰਤੀ ਕਰ ਲੈਂਦੀ ਹੈ। ਉਹਦੇ ਵਾਸਤੇ ਨਾ ਤਾਂ ਕੋਈ ਐਡਵਰਟਾਈਜ਼ਮੈਂਟ ਹੁੰਦੀ ਹੈ ਤੇ ਨਾ ਕਿਸੇ ਕਿਸਮ ਦਾ ਮਤਲਬ ਕੋਈ ਉਹਨਾਂ ਦਾ ਕੰਪੀਟੀਸ਼ਨ ਦਾ ਮੁਕਾਬਲਾ ਹੁੰਦਾ, ਨਾ ਇੰਟਰਵਿਊ ਹੁੰਦੀ ਹੈ ਵੀ ਐਪਲੀਕੇਸ਼ਨ ਲਈ ਤੇ ਬੰਦੇ ਨੂੰ ਸਿੱਧਾ ਭਰਤੀ ਕਰਤਾ। ਉਹ ਕਹਿੰਦੇ ਵੀ ਪਹਿਲਾਂ ਇਹ ਦੇਖੋ ਕਿ ਜਿਹੜੇ ਬੰਦੇ ਨਿਯਮਾਂ ਮੁਤਾਬਕ ਭਰਤੀ ਹੋਏ ਹੈ, ਉਹਨਾਂ ਦੀਆਂ ਪੋਸਟਾਂ ਐਡਵਰਟਾਈਜ਼ ਕੀਤੀਆਂ, ਚਾਹੇ ਉਹਨਾਂ ਨੂੰ ਠੇਕੇ ਤੇ ਰੱਖਿਆ ਹੋਵੇ, ਤੇ ਜਾਂ ਜਿਵੇਂ ਮਤਲਬ ਕੁਝ ਬੰਦੇ ਹੁੰਦੇ ਆ ਵੀ ਜਿਵੇਂ ਮਹਿਕਮੇ ਨੂੰ ਲੋੜ ਪੈ ਗਈ ਇਮੀਡੀਏਟ, ਉਹ ਡੀਸੀ ਰੇਟ ਤੇ ਬੰਦੇ ਭਰਤੀ ਕਰ ਲੈਂਦੇ। ਉਹ ਕਹਿੰਦੇ ਡੀਸੀ ਰੇਟ ਤੇ ਭਰਤੀ ਕਰ ਲਓ, ਫਿਰ ਉਹ ਨੋਟਿਸ ਬੋਰਡ ਦੇ ਉੱਤੇ ਨੋਟਿਸ ਲਾ ਦਿੰਦੇ, ਅਖਬਾਰਾਂ 'ਚ ਇਸ਼ਤਿਹਾਰ ਦੇ ਦਿੰਦੇ, ਇਸ ਤਰ੍ਹਾਂ ਦੇ ਹੁੰਦੇ ਆ। ਉਹਨਾਂ ਨੂੰ ਉਹਨਾਂ ਨੇ ਕਹਿਤਾ ਵੀ ਪਹਿਲਾਂ ਭਰਾਂਗੇ ਤੇ ਜਿਹੜੀਆਂ ਸੈਂਕਸ਼ਨ ਪੋਸਟਾਂ ਉਹਨਾਂ ਤੇ ਭਰਾਂਗੇ ਜਿੰਨੇ ਬੰਦੇ ਹੈਗੇ। ਤੇ ਆਮ ਤੌਰ ਤੇ ਮੇਰੇ ਖਿਆਲ ਮੁਤਾਬਕ ਕਿ ਜਿਹੜੇ ਬੰਦੇ ਭਰਤੀ ਕੀਤੇ ਹੁੰਦੇ, ਪੋਸਟਾਂ ਤਾਂ ਖਾਲੀ ਬਹੁਤ ਪਈਆਂ, ਉਹ ਸੈਂਕਸ਼ਨ ਪੋਸਟਾਂ ਤੇ ਹੋਣਗੇ। ਤੇ ਸੋ ਲੱਗਦਾ ਇਹ ਹੈ ਕਿ ਇੱਕ ਹਿੱਸਾ ਜਿਹੜਾ ਹੈਗਾ ਮੁਲਾਜ਼ਮਾਂ ਦਾ, ਉਹਨਾਂ ਨੂੰ ਸ਼ਾਇਦ ਇਸੇ ਮਹੀਨੇ ਖੁਸ਼ਖਬਰੀ ਮਿਲ ਜੇ ਕਿ ਉਹਨਾਂ ਨੂੰ ਉਹ ਪੱਕਾ ਕਰਨਗੇ। ਔਰ ਇਹ ਪੱਕਾ ਕਰਨ ਵਾਲੀ ਜਿਹੜੀ ਗੱਲ ਹੈਗੀ, ਇਹਦੇ ਵਾਸਤੇ ਫਿਰ ਇਹਨਾਂ ਨੂੰ ਵਿਧਾਨ ਸਭਾ ਦੇ ਵਿੱਚ ਕਾਨੂੰਨ ਲੈ ਕੇ ਆਉਣਾ ਪੈਣਾ, ਬਿੱਲ ਲੈ ਕੇ ਆਉਣਾ ਪੈਣਾ। ਤੁਹਾਡੇ ਯਾਦ ਹੋਣਾ ਜਦੋਂ 2017 ਦੀ ਇਲੈਕਸ਼ਨ ਹੋਈ ਹੈ, 2017 ਤੋਂ ਪਹਿਲਾਂ ਜਾਂਦੇ ਨੇ ਅਕਾਲੀ ਦਲ ਵਾਲਿਆਂ ਨੇ ਵੀ ਇੱਕ ਰੈਜੂਲੇਸ਼ਨ ਪਾਸ ਕਰਤਾ ਸੀ। ਉਹਨਾਂ ਨੇ ਵੀ ਮਤਾ ਪਾਸ ਕਰਕੇ ਗਵਰਨਰ ਕੋਲੇ ਭੇਜਤਾ ਸੀ, ਉਹਦੀ ਪ੍ਰਵਾਨਗੀ ਵੀ ਮਿਲ ਗਈ ਸੀ, ਲੇਕਿਨ ਉਹ ਨੋਟੀਫਿਕੇਸ਼ਨ ਜਾਰੀ ਨਹੀਂ ਸੀ ਹੋਇਆ ਸੀ, ਚੋਣ ਜ਼ਾਬਤਾ ਲੱਗ ਗਿਆ ਸੀ, ਉਹ ਮਾਮਲਾ ਵਿੱਚੇ ਪਿਆ। ਫਿਰ ਚੰਨੀ ਗਵਰਨਮੈਂਟ ਨੇ ਵੀ ਵਿਧਾਨ ਸਭਾ ਦੇ ਰਾਹੀਂ ਬਿੱਲ ਬਣਾ ਕੇ ਭੇਜਤਾ ਸੀ ਆਪਣੇ ਨੂੰ ਗਵਰਨਰ ਸਾਹਿਬ ਨੂੰ, ਤੇ ਗਵਰਨਰ ਸਾਹਿਬ ਨੇ ਉਹਦੇ ਤੇ ਉਹਨਾਂ ਨੂੰ ਸਵਾਲ ਪੁੱਛ ਲਿਆ ਸੀ ਕਿ ਜਿਹੜਾ ਉਮਾ ਦੇਵੀ ਵਾਲਾ ਕੇਸ ਹੈ, ਉਮਾ ਦੇਵੀ ਵਾਲੇ ਕੇਸ ਦੇ ਵਿੱਚ ਤੁਸੀਂ ਰਮਾ ਦੇਵੀ ਹੈ ਕਿ ਉਮਾ ਦੇਵੀ ਪੱਕਾ ਨਾਂ ਨਹੀਂ ਹੈ, ਕਿ ਇਹਦੇ ਵਿੱਚ ਦੱਸੋ ਜਿਹੜਾ ਜੋ ਸੁਪਰੀਮ ਕੋਰਟ ਨੇ ਕਹੀਆਂ ਕੀ ਉਹ ਗੱਲਾਂ ਦੀ ਪੂਰਤੀ ਕੀਤੀ ਹੈ। ਇਹਨਾਂ ਕੋਲ ਜਵਾਬ ਕੋਈ ਨਹੀਂ ਸੀਗਾ। ਉਸ ਵੇਲੇ ਚੋਣ ਜ਼ਾਬਤਾ ਲੱਗ ਗਿਆ ਸੀ, ਉਹ ਵੀ ਆ। ਹੁਣ 2 ਬਿੱਲ ਤਾਂ ਪੈਂਡਿੰਗ ਹੀ ਪਏ ਪਹਿਲਾਂ ਹੀ। ਉਹਨਾਂ ਬਿੱਲਾਂ ਨੂੰ ਕਿਸ ਤਰ੍ਹਾਂ ਨਿਰਸਤ ਕਰਨਾ ਹੈ, ਮਤਲਬ ਉਹਨਾਂ ਨੂੰ ਬੇਅਸਰ ਕਿਵੇਂ ਕਰਨਾ, ਤੇ ਉਹਦੀ ਥਾਂ ਦੇ ਉੱਤੇ ਨਵਾਂ ਬਿੱਲ ਲੈ ਕੇ ਉਹਨਾਂ ਦੇ ਵਿੱਚ ਕੀ ਕਮੀਆਂ ਪੇਸ਼ੀਆਂ ਉਹ ਸਾਰੀਆਂ ਪਾਉਣਗੇ। ਉਹ ਸਾਰੀਆਂ ਪਾ ਕੇ ਫਿਰ ਪ੍ਰਵਾਨਗੀ ਫਿਰ ਗਵਰਨਰ ਸਾਹਿਬ ਤੋਂ ਵੀ ਨਿਰਭਰ ਹੈ। ਪਰ ਮੇਰੇ ਖਿਆਲ ਮੁਤਾਬਕ ਇਹ ਹੈ ਕਿ ਜਿੰਨੀ ਮਿਹਨਤ ਕਰ ਰਹੇ ਹੈ, ਕਿਉਂਕਿ ਪਹਿਲਾਂ ਤਾਂ ਗੋਂਗਲੂਆਂ ਤੋਂ ਮਿੱਟੀ ਝਾੜੀ ਸੀ ਨਾ, ਤੁਰੇ ਜਾਂਦੇ ਨੇ, ਆਹ ਲਓ ਜੀ ਕਾਨੂੰਨ ਬਣਾਤਾ ਕਰਤਾ ਜੀ, ਇੰਨੇ ਬੰਦੇ ਪੱਕੇ ਕਰਤੇ, ਇਸ਼ਤਿਹਾਰ ਲਾਤੇ ਸੀ। ਉਹ ਇਹ ਜਿਹੜੇ ਹੁਣ, ਕਿਉਂਕਿ ਇਹ ਤੋਂ ਪਹਿਲਾਂ 3-4 ਮੀਟਿੰਗਾਂ ਹੋ ਚੁੱਕੀਆਂ ਔਰ ਬੜੀ ਸੰਜੀਦਗੀ ਨਾਲ ਲੱਗੇ, ਤੇ ਪਤਾ ਇਹਨਾਂ ਨੂੰ ਵੀ ਹੈਗਾ ਆਮ ਆਦਮੀ ਪਾਰਟੀ ਵਾਲਿਆਂ ਨੂੰ ਵੀ ਗੁਜਰਾਤ ਦੀਆਂ ਚੋਣਾਂ ਵੀ ਆ ਗਈਆਂ ਤੇ ਚੋਣਾਂ ਹਿਮਾਚਲ ਪ੍ਰਦੇਸ਼ ਦੀਆਂ ਵੀ ਆ ਗਈਆਂ ਉੱਥੇ, ਤੇ ਨਾਲ ਜੰਮੂ ਕਸ਼ਮੀਰ ਦੀਆਂ ਵੀ ਆ ਗਈਆਂ। ਫਿਰ ਉੱਥੇ ਇਹ ਗੱਲ ਆਊਗੀ, ਦੱਸੋ ਕੱਚੇ ਮੁਲਾਜ਼ਮ ਪੱਕੇ ਕਰਤੇ, ਹਰੇ ਪਿੰਡ ਚੋਂ ਸਿਆਹੀ ਨਿਕਲੀ ਕਿ ਨਹੀਂ ਨਿਕਲੀ। ਅਗਲੀ ਆਪਾਂ ਇਹ ਵੀ ਦੇਖੀਏ ਕਿ ਸੰਘਰਸ਼ ਵੀ ਬੜਾ ਤਿੱਖਾ ਹੋ ਰਿਹਾ। ਹੁਣ ਤੁਸੀਂ ਦੇਖੋ ਸੰਗਰੂਰ 'ਚ ਜਿੱਥੇ ਮੁੱਖ ਮੰਤਰੀ ਦੀ ਆਪਣੀ ਨਿੱਜੀ ਰਿਹਾਇਸ਼ ਹੈ,
ਉਸ ਨਿੱਜੀ ਰਿਹਾਇਸ਼ ਦੇ ਸਾਹਮਣੇ ਰੋਜ਼ ਲੋਕ ਬੈਠ ਜਾਂਦੇ ਆ। ਪਿਛਲੇ ਦਿਨਾਂ ਦੇ ਵਿੱਚ ਤਾਂ 2016 ਤੇ 17 ਵਾਲੇ ਜਿਹੜੇ ਪੁਲਿਸ ਵਾਲੇ ਸੀ, ਵੇਟਿੰਗ ਲਿਸਟ ਵਾਲੇ ਤੇ ਜਿਹੜੇ ਸਿਲੈਕਟਡ ਸੀ, ਜਿਨ੍ਹਾਂ ਦੀ ਵੈਰੀਫਿਕੇਸ਼ਨ ਵੀ ਹੋ ਗਈ, ਉਹ ਲੋਕ ਉੱਥੇ ਹਾਂ ਧਰਨੇ ਤੇ ਬੈਠੇ ਆ, ਤੇ 2-3 ਲੜਕੇ ਲੜਕੀਆਂ ਨੇ ਤੇ ਖੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ ਸੀ। ਕੋਸ਼ਿਸ਼ ਵੀ ਕਰ ਲਈ, ਹਾਂਜੀ। ਇਸ ਕਰਕੇ ਮੇਰੇ ਖਿਆਲ ਮੁਤਾਬਕ ਆ ਵੀ ਹੁਣ ਮਜਬੂਰੀ ਬਣ ਗਈ ਇਹਨਾਂ ਨੂੰ ਕਿ ਵੀ ਘੱਟੋ ਘੱਟ ਆ ਵਾਦਾ ਜਿਹੜੀ ਆ ਗਰੰਟੀ ਤਾਂ ਪੂਰੀ ਕਰੀਏ ਨੇ, ਗਰੰਟੀ ਪੂਰੀ ਕਰਨੀ ਪੈਣੀ ਹੈ ਜੀ। ਤੇ ਉਧਰ ਨੂਪੁਰ ਮਾਮਲੇ ਦੇ ਵਿੱਚ ਕੀ ਅਪਡੇਟ ਹੈ? ਨੂਪੁਰ ਮਾਮਲੇ ਵਿੱਚ ਅਪਡੇਟ ਇਹ ਹੈ ਜੀ, ਪਹਿਲਾਂ ਤਾਂ ਤੁਹਾਡੇ ਯਾਦ ਹੋਣਾ ਹੈ ਕਿ ਸਾਡੇ ਜਿਹੜੇ ਹੈਗੇ ਹੈ ਸੁਪਰੀਮ ਕੋਰਟ ਦਾ ਇੱਕ ਬੈਂਚ ਹੈ, ਜਿਸ ਬੈਂਚ ਦੇ ਵਿੱਚ ਜਸਟਿਸ ਸੂਰਿਆਕਾਂਤ ਔਰ ਜਸਟਿਸ ਪਾਰਦੀਵਾਲਾ, ਇਹ ਦੋ ਜਸਟਿਸ ਸੀ। ਇਹਨਾਂ ਨੇ, ਪਾਰਦੀਵਾਲਾ ਨੇ ਤੇ ਸੂਰਿਆਕਾਂਤ ਹੋਰਾਂ ਨੇ ਇੱਕ ਬੜੀ ਸਖਤ ਟਿੱਪਣੀ ਕੀਤੀ ਸੀ। ਉਹ ਸਖਤ ਟਿੱਪਣੀ ਇਹ ਕੀਤੀ ਸੀ ਜਦੋਂ ਆਈ ਸੀ ਆਪਣੀ ਨੂਪੁਰ ਸ਼ਰਮਾ ਦੀ ਬੇਲ ਐਪਲੀਕੇਸ਼ਨ, ਤੇ ਉਹ ਬੇਲ ਐਪਲੀਕੇਸ਼ਨ ਇਸ ਢੰਗ ਦੀ ਸੀ, ਬੇਲ ਐਪਲੀਕੇਸ਼ਨ ਵੈਸੇ ਪਟੀਸ਼ਨ ਆਈ ਸੀ, ਸੌਰੀ ਬੇਲ ਐਪਲੀਕੇਸ਼ਨ ਮੈਂ ਗਲਤ ਕਹਿ ਗਿਆ, ਪਟੀਸ਼ਨ ਆਈ ਸੀ ਕਿ ਮੇਰੇ ਸਾਰੇ ਕੇਸ ਇੱਕ ਜਗ੍ਹਾ ਤੇ ਇਕੱਠੇ ਕਰ ਦਿੱਤੇ ਜਾਣ। ਉਦੋਂ ਜੱਜ ਸਾਹਿਬਾਨ ਨੇ ਕਹਿਤਾ ਸੀ ਨਹੀਂ ਸਾਨੂੰ ਪਤਾ, ਤੂੰ ਤਾਂ ਅੱਗ ਲਾ ਕੇ ਰੱਖਤੀ ਸਾਰੇ ਕਾਸੇ ਨੂੰ, ਅਸੀਂ ਵੀ ਪ੍ਰੋਗਰਾਮ ਦੇਖਦੇ ਹਾਂ, ਅਸੀਂ ਸਾਨੂੰ ਦੇਖਦੇ ਡਿਬੇਟਾਂ ਦੇਖਦੇ ਹਾਂ, ਬਹੁਤ ਗਲਤ ਕੀਤਾ। ਨਹੀਂ, ਬਿਲਕੁਲ ਨਹੀਂ। ਔਰ ਉਸ ਤੋਂ ਬਾਅਦ ਫਿਰ ਤੁਸੀਂ ਦੇਖਣਾ ਕਿ ਸਾਰੇ ਭਾਰਤ ਦੇ ਵਿੱਚ ਕੰਪੇਨ ਚੱਲੀ ਸੀ, ਸਾਬਕਾ ਨੌਕਰਸ਼ਾਹ ਔਰ ਸਾਬਕਾ ਜੱਜਾਂ ਨੂੰ ਮੂਹਰੇ ਲਾ ਕੇ ਵੀ ਜੀ ਇਹ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੂੰ ਚਿੱਠੀ ਲਿਖਤੀ ਸੀ ਰਮੰਨਾ ਸਾਹਿਬ ਨੂੰ ਕਿ ਜੀ ਇਹ ਬੈਂਚ ਦੇ ਜਿਹੜੇ ਜੱਜ ਸਾਹਿਬਾਨ ਉਹਨਾਂ ਨੇ ਟਿੱਪਣੀਆਂ ਗਲਤ ਕੀਤੀਆਂ, ਨਹੀਂ ਕਰਨੀਆਂ ਚਾਹੀਦੀਆਂ ਸੀ ਵਗੈਰਾ ਵਗੈਰਾ। ਹੁਣ ਕੱਲ ਫਿਰ ਉਹਨਾਂ ਦੀ ਬੇਲ ਪਟੀਸ਼ਨ ਆ ਗਈ। ਉਸ ਪਟੀਸ਼ਨ ਰਾਹੀਂ ਵੀ ਉਹਨਾਂ ਨੇ ਬੇਨਤੀ ਇਹੀ ਕੀਤੀ ਹੈ ਜੀ ਕਿ ਇਹ ਜਿਹੜੇ ਹੈਗੇ ਸਾਰੇ ਕੇਸਾਂ ਨੂੰ ਇੱਕ ਥਾਂ ਇਕੱਠੇ ਕੀਤਾ ਜਾਵੇ ਜੀ। ਸੁਪਰੀਮ ਕੋਰਟ ਦੇ ਸਾਹਮਣੇ ਜਿਹੜੀਆਂ ਦਲੀਲਾਂ ਦਿੱਤੀਆਂ ਗਈਆਂ ਉਹ ਹੈ ਕਿ ਇੱਕ ਤਾਂ ਜਿਹੜਾ ਪਾਪੂਲਰ ਫਰੰਟ ਆਫ ਇੰਡੀਆ, ਉਹਦੇ ਕੁਝ ਬੰਦੇ ਫੜੇ ਵੀ ਹੈ ਪਟਨੇ 'ਚ ਜੀ, ਉਹਨਾਂ ਦੀ ਜਿਹੜੀ ਪੁੱਛਗਿੱਛ ਹੋਈ ਹੈ, ਉਸ ਪੁੱਛਗਿੱਛ ਦੇ ਵਿੱਚ ਉਹ ਗੱਲ ਆਈ ਹੈ ਕਿ ਜਿਨ੍ਹਾਂ ਨੇ ਮੁਹੰਮਦ ਸਾਹਿਬ ਬਾਰੇ, ਪੈਗੰਬਰ ਸਾਹਿਬ ਬਾਰੇ ਟਿੱਪਣੀਆਂ ਕੀਤੀਆਂ ਸੀ, ਉਹਨਾਂ ਨੂੰ ਸੋਧਾ ਲਾਉਣਾ ਹੈ। ਇੱਕ ਨਵੀਂ ਗੱਲ ਇਹ ਆਈ ਹੈ ਕਿ ਜਿਹੜਾ ਤੁਹਾਡਾ ਫਿਰੋਜ਼ਪੁਰ ਤੇ ਹਿੰਦੂਮਲ ਕੋਟ ਵਾਲਾ ਬਾਰਡਰ ਹੈ, ਪਾਕਿਸਤਾਨ ਲੱਗਦਾ ਜੀ, ਹਾਂਜੀ, ਉਸ ਬਾਰਡਰ ਦੇ ਪਰਲੇ ਪਾਸੋਂ ਪਾਕਿਸਤਾਨ ਵਾਲੇ ਪਾਸੋਂ ਇੱਕ 22 ਸਾਲ ਦਾ ਮੁੰਡਾ ਕ੍ਰਾਸ ਕਰਦਾ ਫੜ ਲਿਆ BSF ਨੇ ਜੀ। ਉਹਦੀ ਇਸ ਵੇਲੇ ਪੁੱਛਗਿੱਛ ਕਰ ਰਹੇ ਆ ਰॉ ਇੰਟੈਲੀਜੈਂਸ ਬਿਊਰੋ, ਮਿਲਟਰੀ ਇੰਟੈਲੀਜੈਂਸ ਔਰ ਬਾਕੀ ਜਿੰਨੀਆਂ ਏਜੰਸੀਆਂ ਹੈਗੀਆਂ, NIA ਵਗੈਰਾ, CBI ਵਗੈਰਾ, ਸਾਰਾ ਲੱਗੇ ਹੋਏ ਹੈ। ਕਹਿੰਦੇ ਵੀ ਉਹਦੇ ਤੋਂ ਕੁਝ ਨਕਸ਼ੇ ਵੀ ਮਿਲੇ ਹੈ। ਤੇ ਉਹਨੇ ਪਹਿਲੀ ਸੱਟੇ ਇਹ ਗੱਲ ਦੱਸੀ ਹੈ ਕਿ ਮੈਂ ਤਾਂ ਇਹ ਮੰਨ ਕੇ ਆਇਆ ਸੀ ਕਿ ਨੂਪੁਰ ਸ਼ਰਮਾ ਨੂੰ ਮੈਂ ਕਤਲ ਕਰਨਾ ਹੈ। ਹੁਣ ਨੂਪੁਰ ਸ਼ਰਮਾ ਦੇ ਵਕੀਲ ਨੇ ਉੱਥੇ ਦਲੀਲ ਦਿੱਤੀ ਹੈ, ਉਹ ਕਹਿੰਦੇ ਜੀ ਗੱਲ ਇਹ ਹੈ ਕਿ ਨੂਪੁਰ ਸ਼ਰਮਾ ਦੀ ਜਾਨ ਨੂੰ ਖਤਰਾ ਹੈ, ਜੇ ਪੇਸ਼ੀਆਂ ਭੁਗਤਣ ਜਾਊਗੀ ਤਾਂ ਇਹਨੂੰ ਕਿਤੇ ਵੀ ਮਾਰਿਆ ਜਾ ਸਕਦਾ। ਇੰਟਰਨੈਸ਼ਨਲ ਲੈਵਲ ਤੇ ਇਹਨੂੰ ਤਾਂ ਬੰਦੇ ਮਾਰਨ ਵਾਸਤੇ ਆ ਗਏ। ਔਰ ਕਨਸਟੀਟਿਊਸ਼ਨ ਦਾ ਜਿਹੜਾ ਆਰਟੀਕਲ 21 ਹਰ ਬੰਦੇ ਨੂੰ ਜੀਵਨ ਦਾ ਰਾਈਟ ਦਿੰਦਾ ਹੈ, ਜੀਵਨ ਦਾ ਰਾਈਟ ਦਿੱਤਾ ਜਾਵੇ। ਜੱਜ ਸਾਹਿਬਾਨ ਕਹਿੰਦੇ ਵੀ ਕੋਈ ਗੱਲ ਨਹੀਂ, ਅਸੀਂ ਜੀਵਨ ਦਾ ਰਾਈਟ ਤਾਂ ਦੇ ਦਿੰਦੇ ਹਾਂ, ਹਰ ਬੰਦੇ ਦਾ ਜਿਉਂਦਾ ਰਹਿਣਾ ਠੀਕ ਹੈ, ਜੇ ਉਹਨੇ ਕੋਈ ਗੁਨਾਹ ਕੀਤਾ ਉਹਨੂੰ ਕਾਨੂੰਨ ਸਜ਼ਾ ਦੇਊਗਾ। ਹੁਣ ਉਹਨਾਂ ਨੇ ਜੀ ਮਤਲਬ ਦਿੱਲੀ ਸਰਕਾਰ ਹੋ ਗਈ, ਉੱਤਰ ਪ੍ਰਦੇਸ਼ ਸਰਕਾਰ ਹੋ ਗਈ, ਬੰਗਾਲ ਸਰਕਾਰ ਹੋ ਗਈ, ਕੇਂਦਰ ਸਰਕਾਰ ਹੋ ਗਈ, ਇਹਨਾਂ ਨੂੰ ਨੋਟਿਸ ਦਿੱਤਾ 10 ਅਗਸਤ ਤੱਕ ਕਿ 10 ਅਗਸਤ ਤੱਕ ਤੁਸੀਂ ਆਪਣਾ ਜਵਾਬ ਫਾਈਲ ਕਰੋ ਇਹਦੇ ਬਾਰੇ ਜੋ ਇਹਨਾਂ ਨੇ ਗੱਲ ਕਹੀ ਹੈ, ਤੇ ਉਨੀ ਦੇਰ ਤੱਕ ਉਹਦੀ ਗ੍ਰਿਫਤਾਰੀ ਦੇ ਉੱਤੇ ਰੋਕ ਲਾ ਦਿੱਤੀ ਹੈ, ਅਰੈਸਟ ਸਟੇ ਕਰਤੀ ਹੈ। ਬਹੁਤ ਚਲੋ ਠੀਕ ਹੈ, ਕਿਸੇ ਵੀ ਜੇ ਦੀ ਵੀ ਜਾਨ ਨੂੰ ਖਤਰਾ ਹੋਵੇ ਤਾਂ ਅਸੀਂ ਉਹਦੇ ਹੱਕ ਵਿੱਚ ਹਾਂ ਕਿ ਉਹਨੂੰ ਰਾਹਤ ਮਿਲਣੀ ਚਾਹੀਦੀ ਹੈ। ਅਸੀਂ ਤਾਂ ਇਸ ਗੱਲ ਦੇ ਵਿੱਚ ਵੀ ਹੱਕ, ਜੋ ਸੁਪਰੀਮ ਕੋਰਟ ਦਾ ਲੇਟੈਸਟ ਫੈਸਲਾ ਹੈ ਕਿ ਜਿਹੜੀ ਜ਼ਮਾਨਤ ਹੈ ਇਹ ਰਾਈਟ ਹੈ ਤੇ ਸਜ਼ਾ ਅਪਵਾਦ ਹੈ। ਕਿਸੇ ਬੰਦੇ ਨੂੰ ਜਿਹੜੀ ਹੈਗੀ ਹੈ ਲੰਬਾ ਸਮਾਂ ਜੇਲ੍ਹਾਂ 'ਚ ਨਾ ਰੱਖਿਆ ਜਾਵੇ ਜਿੰਨੀ ਦੇਰ ਤੱਕ ਉਹਦਾ ਜਿਹੜਾ ਉਹ ਕੀ ਹੁੰਦਾ ਆਪਣਾ ਜੁਰਮ ਉਹਦਾ ਸਾਬਤ ਨਹੀਂ ਹੁੰਦਾ, ਉਹਨੂੰ ਜ਼ਮਾਨਤ ਦੇ ਦੇਣੀ ਚਾਹੀਦੀ ਹੈ। ਅਸੀਂ ਤਾਂ ਜ਼ਮਾਨਤਾਂ ਦੇ ਹੱਕ ਦੇ ਵਿੱਚ, ਕਿਉਂਕਿ ਗਰੀਬ ਗੁਰਬੇ ਦੀ ਔਲਾਦ ਹੀ ਜੇਲ੍ਹਾਂ 'ਚ ਰਹਿੰਦੀ ਹੈ। ਬਾਹਰਲੇ ਦੇਸ਼ਾਂ 'ਚ ਵੀ ਐਂ ਕਰਦੇ ਆ, ਮੈਂ ਕਹਿੰਦਾ ਬੰਦਾ ਫੜ ਲਿਆ ਕੜਾ ਪਾ ਕੇ ਛੱਡ ਦਿੰਦੇ ਆ ਵੀ ਚੱਲ ਦੇਖਦੇ ਆ ਜਿੰਨੀ ਦੇਰ ਅਦਾਲਤ ਬਸ। ਭਾਰਤ ਦੀਆਂ ਜੇਲ੍ਹਾਂ ਦੇ ਵਿੱਚ ਦੇਖੋ ਤੁਸੀਂ ਕਿ ਜਿਹੜੀ ਜੇਲ੍ਹਾਂ ਭਰੀਆਂ ਪਈਆਂ ਉਹਦੇ ਵਿੱਚ ਕੌਣ ਹੈ? ਉਹਦੇ 'ਚ ਕੋਈ ਅਮੀਰ ਬੰਦਾ ਨਹੀਂ, ਉਹਦੇ 'ਚ ਗਰੀਬ ਗੁਰਬੇ ਦੀ ਔਲਾਦ। ਉਹਨਾਂ ਦਾ ਕੋਈ ਸਾਂਝੀ ਹੈ ਨਹੀਂ। ਹਾਂ, ਪਰ ਨਾਲ ਸਾਡੀ ਦੂਜੀ ਬੇਨਤੀ ਵੀ ਹੈ ਵੀ ਜੇ ਆਰਟੀਕਲ 21 ਹੈ ਜਿਹੜਾ, ਇਹ ਆਰਟੀਕਲ 21 ਸਿਰਫ ਤੇ ਸਿਰਫ ਨੂਪੁਰ ਸ਼ਰਮਾ ਬਾਰੇ ਨਹੀਂ ਨਾ ਹੋਣੀ ਚਾਹੀਦਾ। ਇਹ ਆਰਟੀਕਲ 21 ਦਾ ਰਾਈਟ ਤਾਂ ਜ਼ੁਬੇਰ ਕੋਲੇ ਵੀ ਹੈ, ਇਹ ਜ਼ੁਬੇਰ ਮੁਹੰਮਦ ਕੋਲੇ ਵੀ ਹੈ, ਤੇ ਇਹ ਦਵਿੰਦਰਪਾਲ ਭੁੱਲਰ ਕੋਲੇ ਵੀ ਹੈ, ਇਹ ਉਹਨਾਂ ਬੰਦੀ ਸਿੰਘਾਂ ਕੋਲੇ ਵੀ ਹੈ ਜਿਹੜੇ ਜੇਲ੍ਹਾਂ 'ਚ ਰੱਖੇ ਵੀ। ਆਰਟੀਕਲ 21 ਦਾ ਜਿਉਣ ਦਾ ਹੱਕ ਹਰ ਇੱਕ ਨੂੰ ਦਿਓ ਨਾ, ਫਿਰ ਸਾਰਿਆਂ ਨੂੰ ਬਰਾਬਰ ਸਮਝੋ, ਸਭ ਨੂੰ ਮਤਲਬ ਜਿਹੜੀ ਹੈਗੀ ਤੁਸੀਂ ਇਹ ਰਾਈਟ ਦਿਓ ਜੀ। ਸੋ ਬਹੁਤ ਬਹੁਤ ਸ਼ੁਕਰੀਆ। ਢਿੱਲੋਂ ਸਾਹਿਬ, ਜਾਣ ਤੋਂ ਪਹਿਲਾਂ ਆਪਾਂ ਬੇਨਤੀ ਕਰ ਦਈਏ ਲਿਸਨਰਸ ਨੂੰ ਵੀ ਅੱਗੇ ਵੀ ਸੁਨੇਹੇ ਲਾ ਦੇਣ
ਆ ਜਿਹੜਾ ਮਲੋਟ ਤੋਂ ਆਪਾਂ ਹਬੋਰ ਦੇ ਵਿਚਾਲੇ ਜੀ ਬਹੁਤ ਬੁਰਾ ਹਾਲ ਹੋ ਗਿਆ, ਮੀਂਹਾਂ ਕਾਰਨ ਪਾਣੀ ਖੜ ਗਿਆ ਜੀ ਕਈ ਪਿੰਡਾਂ ਦੇ ਵਿੱਚ। ਤੇ ਜਿਹੜੇ ਵੀਰਾਂ ਕੋਲੇ ਕੋਈ ਝੋਨੇ ਦੀ ਪਨੀਰੀ, ਬਾਸਮਤੀ ਦੀ ਕੋਈ ਪਨੀਰੀ ਵਗੈਰਾ ਕੋਈ ਵੀ ਹੈਗਾ ਤੇ ਭਾਈ ਉਹ ਜੇ ਵਾਧੂ ਆ ਤਾਂ ਵੇਚੋ ਨਾ, ਹੋ ਸਕੇ ਤਾਂ ਇਹਨਾਂ ਪਿੰਡਾਂ ਦੇ ਵਿੱਚ ਪੁੱਜਦੀ ਕਰਦੇ ਜੀ। ਦਾਨ ਕਰੋ ਲੋਕਾਂ ਨੂੰ। ਠੀਕ ਹੈ ਜੀ, ਹਾਂ ਦਾਨ ਕਰੋ ਜੀ, ਚਲੋ। ਕਿਉਂਕਿ ਇੱਕ ਦੂਜੇ ਦੀ ਬਾਹ ਫੜੀਏ ਆਪਾਂ ਬੇਨਤੀ ਕਰਦੇ ਨੇ ਆਪਣੇ ਪਲੇਟਫਾਰਮ ਦੇ ਰਹੀ ਕਿ ਪਨੀਰੀ ਦਾਣ ਵਾਲੀ ਮੁਹਿੰਮ ਦੀ ਵੀ ਲੋੜ ਆ। ਆਪਾਂ ਇੱਕ ਦੂਜੇ ਦੀ ਦਾਰੂ ਹਾਂ। ਜੇ ਸਾਡੇ ਹਾਂਜੀ, ਉਹਨਾਂ ਕਿਸਾਨ ਭਰਾਵਾਂ ਦੇ ਉੱਤੇ ਇਸ ਵੇਲੇ ਮੁਸੀਬਤ ਪਈ ਆ, ਉਹਨਾਂ ਦਾ ਝੋਨਾ ਮਾਰਿਆ ਗਿਆ, ਉਹਨਾਂ ਦਾ ਜਿਹੜਾ ਲੱਗਿਆ ਹੋਇਆ ਸੀ, ਉਹਨਾਂ ਨੂੰ ਪਨੀਰੀ ਦੀ ਲੋੜ ਆ, ਪਨੀਰੀ ਵੀ ਮਾਰੀ ਗਈ। ਪਨੀਰੀ ਮਾਰੀ ਗਈ ਜੀ, ਪੱਠੇ ਵੀ ਮਾਰੇ ਗਏ ਜੀ। ਜੇ ਕਿਸੇ ਕੋਲੇ ਵਾਧੂ ਚਾਰ ਹੈਗਾ, ਕਿਸੇ ਨੇ ਬਣਾਇਆ ਤਾਂ ਉਹ ਵੀ ਭਾਈ ਪਸ਼ੂਆਂ ਚੋਂ ਥੋੜਾ ਥੋੜਾ ਇੱਕ ਪਿੰਡ ਚੋਂ ਇੱਕ ਟਰਾਲੀ, ਅੱਧੀ ਟਰਾਲੀ ਇਕੱਠੀ ਕਰਕੇ ਉਹ ਵੀ ਦੇ ਆਓ। ਬਿਲਕੁਲ ਉਹ ਵੀ ਪੁੰਨ ਦਾ ਕੰਮ, ਬਿਲਕੁਲ ਉਹ ਵੀ ਪੁੰਨ ਦਾ ਹੁੰਦਾ। ਬਿਲਕੁਲ ਜੀ, ਬਿਲਕੁਲ। ਸੋ ਬਹੁਤ ਬਹੁਤ ਸ਼ੁਕਰੀਆ ਜੀ ਢਿੱਲੋਂ ਸਾਹਿਬ, ਮਿਹਰਬਾਨੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ, ਤੇ ਪ੍ਰੋਗਰਾਮ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹਿਣਗੇ। ਸੋ ਫਿਲਹਾਲ ਇੱਕ ਵਕਫਾ ਤੇ ਵਕਤ ਤੋਂ ਬਾਅਦ ਫਿਰ ਹਾਜ਼ਰ। ਸ਼ਮਾਦਾਨ